नमस्कार दोस्तों, स्वागत है आपका हमारे यूट्यूब चैनल एग्ज़ाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਭਾਰਤੀ ਸੰਵਿਧਾਨ ਦਾ ਵਿਕਾਸ ਭਾਗ ਦੂਸਰਾ। ਇਹਦੇ ਵਿੱਚ ਆਪਾਂ ਪੜਾਂਗੇ ਜੀ ਚਾਰਟਰ ਐਕਟ 1793, ਚਾਰਟਰ ਐਕਟ 1813, ਚਾਰਟਰ ਐਕਟ 1833 ਤੇ ਅਖੀਰ ਦੇ ਵਿੱਚ ਪੜਾਂਗੇ ਆਪਾਂ ਚਾਰਟਰ ਐਕਟ 1853। ਚੱਲਦੇ ਹਾਂ ਜੀ ਅੱਜ ਦੇ ਆਪਣੇ ਇਸ ਟੌਪਿਕ ਤੇ। ਚਾਰਟਰ ਐਕਟ 1793। ਹਾਂਜੀ, ਜੇ ਇਹ ਜਿਹੜਾ ਚਾਰਟਰ ਐਕਟ 1793 ਹੈ ਇਹ ਲੋਰਡ ਕਾਰਨਵਾਲਿਸ ਦੇ ਸਮੇਂ ਦੌਰਾਨ ਇਸ ਨੂੰ ਪਾਸ ਕੀਤਾ ਗਿਆ। ਚਾਰਟਰ ਐਕਟ 1793 ਦੇ ਵਿੱਚ 1773 ਦਾ ਜਿਹੜਾ ਰੈਗੂਲੇਟਿੰਗ ਐਕਟ ਪਾਸ ਕੀਤਾ ਸੀ ਤੇ 1786 ਦਾ ਜਿਹੜਾ ਪਿਟਸ ਇੰਡੀਆ ਐਕਟ ਪਾਸ ਕੀਤਾ ਸੀ। ਇਹਦੇ ਵਿੱਚ ਹੋਰ ਸੁਧਾਰ ਜਿਹੜੇ ਆ ਉਹ ਕੀਤੇ ਗਏ। 1793 ਦੇ ਚਾਰਟਰ ਐਕਟ ਨੂੰ ਈਸਟ ਇੰਡੀਆ ਕੰਪਨੀ ਐਕਟ ਵੀ ਕਿਹਾ ਜਾਂਦਾ। ਠੀਕ ਹੈ ਜੀ, ਧਿਆਨ 'ਚ ਰੱਖਣੇ ਜੀ, ਸਾਰੇ ਫੈਕਟ ਇੰਪੋਰਟੈਂਟ ਹੈ ਇਹ। ਚਾਰਟਰ ਐਕਟ 1793 ਦੇ ਕੁਝ ਮਹੱਤਵਪੂਰਨ ਜਿਹੜੀਆਂ ਵਿਸ਼ੇਸ਼ਤਾਵਾਂ ਉਹ ਇਸ ਤਰ੍ਹਾਂ ਹੈ। ਸਭ ਤੋਂ ਪਹਿਲਾਂ ਭਾਰਤ ਵਿੱਚ ਬ੍ਰਿਟਿਸ਼ ਖੇਤਰਾਂ ਉੱਤੇ ਕੰਪਨੀ ਦਾ ਰਾਜ ਆ ਉਹ ਪਹਿਲਾਂ ਦੀ ਤਰ੍ਹਾਂ ਜਾਰੀ ਰਿਹਾ। ਈਸਟ ਇੰਡੀਆ ਕੰਪਨੀ ਨੂੰ 20 ਸਾਲਾਂ ਦੇ ਲਈ ਹੋਰ ਵਪਾਰ ਕਰਨ ਦਾ ਜਿਹੜਾ ਸਮਾਂ ਉਹ ਇੱਕ ਅਧਿਕਾਰ ਆ ਉਹ ਵਧਾ ਦਿੱਤਾ ਗਿਆ। ਪਰ ਉਸ ਸਮੇਂ ਜਦੋਂ ਇਹ 20 ਸਾਲਾਂ ਦਾ ਸਮਾਂ ਕੰਪਨੀ ਨੂੰ ਹੋਰ ਵਧਾਇਆ ਗਿਆ, ਬ੍ਰਿਟੇਨ ਦੇ ਵਿੱਚ ਆਵਾਜ਼ ਉੱਠਣੀ ਸ਼ੁਰੂ ਹੋ ਗਈ ਭਾਰਤ ਵਿੱਚ ਕੰਪਨੀ ਦੇ ਇੱਕ ਅਧਿਕਾਰ ਨੂੰ ਸਮਾਪਤ ਕਰਨ ਦੀ। ਇਸ ਐਕਟ ਨੇ ਸਪਸ਼ਟ ਕੀਤਾ ਕਿ ਕੰਪਨੀ ਜੋ ਵੀ ਰਾਜਨੀਤਿਕ ਕੰਮ ਕਰਦੀ ਹੈ ਉਹ ਬ੍ਰਿਟਿਸ਼ ਸਰਕਾਰ ਜਾਂ ਤਾਜ ਦੇ ਪ੍ਰਤੀਨਿਧੀ ਦੇ ਤੌਰ 'ਤੇ ਕੰਮ ਕਰਦੀ ਹੈ। ਠੀਕ ਹੈ ਜੀ, ਭਾਵ ਜਿਹੜੇ ਕੰਪਨੀ ਦੇ ਜਿੰਨੇ ਵੀ ਰਾਜਨੀਤਿਕ ਕੰਮ ਹੈ ਉਹ ਆਜ਼ਾਦ ਨਹੀਂ ਹਨ, ਨਾ ਹੀ ਉਹ ਸੁਤੰਤਰ ਹਨ। ਠੀਕ ਹੈ ਜੀ, ਧਿਆਨ ਰੱਖਣੀ ਹੈ, ਜਸਟ ਉਹ ਇੱਕ ਪ੍ਰਤੀਨਿਧੀ ਤੌਰ 'ਤੇ ਜਿਹੜੀ ਕੰਪਨੀ ਹੈ ਰਾਜਨੀਤਿਕ ਕੰਮ ਕਰਦੀ ਹੈ। ਕੰਪਨੀ ਦੇ ਡਾਇਰੈਕਟਰ ਹੈ ਜਿਹੜੇ ਉਹਨਾਂ ਦਾ ਜਿਹੜਾ ਸ਼ੇਅਰ ਹੈ ਉਹ 10% ਵਧਾਉਣ ਨੂੰ ਵੀ ਪ੍ਰਵਾਨਗੀ ਇਸ ਚਾਰਟਰ ਐਕਟ 1793 ਦੇ ਵਿੱਚ ਦਿੱਤੀ ਗਈ। ਹਾਂਜੀ, ਜਿਹੜੀ ਗਵਰਨਰ ਇਸ ਐਕਟ ਦੇ ਤਹਿਤ ਗਵਰਨਰ ਜਨਰਲ ਦੀ ਉਸਦੀ ਕੌਂਸਲ ਹੈ ਉਹਦੇ ਮੈਂਬਰਾਂ ਦੀ ਯੋਗਤਾ ਤੈਅ ਕੀਤੀ ਗਈ ਵੀ ਘੱਟੋ ਘੱਟ ਉਹਨਾਂ ਨੂੰ ਭਾਰਤ ਵਿੱਚ 10 ਸਾਲ ਦਾ ਤਜਰਬਾ ਹੋਣਾ ਚਾਹੀਦਾ, ਉਹੀ ਉਸਦੇ ਕੌਂਸਲ ਦੇ ਜਿਹੜੇ ਮੈਂਬਰ ਬਣ ਸਕਦੇ ਆ। ਠੀਕ ਹੈ ਜੀ, 1786 ਦਾ ਜਿਹੜਾ ਪਿਟਸ ਇੰਡੀਆ ਐਕਟ ਹੈ ਉਹਦੇ ਵਿੱਚ ਗਵਰਨਰ ਜਨਰਲ ਦੀਆਂ ਸ਼ਕਤੀਆਂ ਵਧਾ ਦਿੱਤੀਆਂ ਗਈਆਂ ਸੀ। ਠੀਕ ਹੈ, ਤੇ ਕੁਝ ਖਾਸ ਹਾਲਾਤਾਂ ਦੇ ਵਿੱਚ ਜਿਹੜਾ ਗਵਰਨਰ ਜਨਰਲ ਹੈ ਉਹ ਕੌਂਸਲ ਦੇ ਫੈਸਲੇ ਵੀ ਰੱਦ ਕਰ ਸਕਦਾ ਸੀ। ਇਹ ਸੀ ਪਿਟਸ ਇੰਡੀਆ ਐਕਟ 1786 ਦੇ ਤਹਿਤ। ਠੀਕ ਹੈ, ਇਸੇ ਐਕਟ ਨੂੰ ਜਿਹੜੀਆਂ ਇਹ ਸ਼ਰਤਾਂ ਸੀ ਗਵਰਨਰ ਜਨਰਲ ਦੀਆਂ ਸ਼ਕਤੀ ਦੀਆਂ ਵਿੱਚ ਵਾਧਾ ਕੀਤਾ ਗਿਆ ਸੀ। ਇਸ ਦੇ ਨਿਯਮਾਂ ਨੂੰ ਹੋਰ ਜ਼ਿਆਦਾ ਪ੍ਰਭਾਸ਼ਿਤ ਹੈ ਜਿਹੜਾ ਉਹ 1793 ਦੇ ਚਾਰਟਰ ਐਕਟ ਦੇ ਵਿੱਚ ਕੀਤਾ ਗਿਆ। ਹਾਂਜੀ, ਜਿਹੜਾ 1786 ਦਾ ਪਿਟਸ ਇੰਡੀਆ ਐਕਟ ਸੀਗਾ ਉਹਦੇ ਵਿੱਚ ਮੁੱਖ ਸੈਨਾਪਤੀ ਸੀਗਾ ਉਹ ਗਵਰਨਰ ਜਨਰਲ ਦਾ ਕੌਂਸਲ ਦਾ ਜਿਹੜਾ ਮੈਂਬਰ ਹੈ ਉਹ ਬਣ ਸਕਦਾ ਸੀ। ਪਰ ਜਿਹੜਾ ਚਾਰਟਰ ਐਕਟ ਜਿਹੜਾ 1793 ਦਾ, ਠੀਕ ਹੈ ਜੀ, ਉਹਦੇ ਵਿੱਚ ਇਹ ਜਿਹੜਾ ਇੱਕ ਮੁੱਖ ਸੈਨਾਪਤੀ ਦਾ ਜਿਹੜਾ ਇੱਕ ਗਵਰਨਰ ਜਨਰਲ ਦੀ ਕੌਂਸਲ ਵਿੱਚ ਮੈਂਬਰ ਬਣਨਾ ਜਾਂ ਲਾਜ਼ਮੀ ਹੋਣਾ ਜ਼ਰੂਰੀ ਸੀਗਾ ਉਹ ਵੀ ਖਤਮ ਕਰ ਦਿੱਤਾ ਗਿਆ। ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ ਇਹ ਵੀ। ਇਸ ਐਕਟ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਜਿਹੜਾ ਗਵਰਨਰ ਜਨਰਲ ਹੈ ਉਹ ਸ਼ਾਂਤੀ ਸੁਰੱਖਿਆ ਦੇ ਮਾਮਲਿਆਂ ਦੇ ਵਿੱਚ ਤਾਂ ਕੌਂਸਲ ਦੇ ਫੈਸਲੇ ਨੂੰ ਰੱਦ ਕਰ ਸਕਦਾ ਸੀ। ਠੀਕ ਹੈ ਜੀ, ਇਹ ਗਵਰਨਰ ਜਨਰਲ ਦੀਆਂ ਸ਼ਕਤੀਆਂ ਦੇ ਵਿੱਚ ਵਾਧਾ ਹੋਇਆ ਸੀ ਪਿਟਸ ਇੰਡੀਆ ਐਕਟ 1784 ਦੇ ਤਹਿਤ। ਠੀਕ ਹੈ ਜੀ, ਤੇ ਇਸ ਐਕਟ ਜਿਹੜਾ 1793 ਦਾ ਜਿਹੜਾ ਆਪਾਂ ਪੜ੍ਹ ਰਹੇ ਹਾਂ ਇਹਦੇ ਵਿੱਚ ਉਹਦੀਆਂ ਸ਼ਕਤੀਆਂ ਦੇ ਵਿੱਚ ਵਾਧੇ ਨੂੰ ਸਪਸ਼ਟ ਕੀਤਾ ਗਿਆ ਵੀ ਸਿਰਫ ਸ਼ਾਂਤੀ ਤੇ ਸੁਰੱਖਿਆ ਦੇ ਮਾਮਲੇ ਦੇ ਵਿੱਚ ਉਹ ਕੌਂਸਲ ਦੇ ਮਾਮਲਿਆਂ ਨੂੰ ਰੱਦ ਕਰ ਸਕਦਾ ਸੀ। ਪਰ ਨਿਆਂ, ਕਾਨੂੰਨ ਤੇ ਟੈਕਸ ਦੇ ਕੇਸਾਂ ਦੇ ਵਿੱਚ ਗਵਰਨਰ ਜਨਰਲ ਕੋਲ ਇਹ ਸ਼ਕਤੀ ਨਹੀਂ ਸੀ ਕਿ ਉਹ ਕੌਂਸਲ ਦੇ ਕੀਤੇ ਫੈਸਲੇ ਨੂੰ ਪਲਟ ਸਕੇ ਜਾਂ ਰੱਦ ਕਰ ਸਕੇ। ਗਵਰਨਰ ਜਿਹੜਾ ਜਨਰਲ ਹੈ ਜਦੋਂ ਉਹ ਗੈਰ ਹਾਜ਼ਰ ਹੁੰਦਾ ਸੀ ਬੰਗਾਲ ਦੇ ਵਿੱਚ ਤਾਂ ਉਸ ਨੂੰ ਸ਼ਕਤੀ ਦਿੱਤੀ ਗਈ ਕਿ ਉਹ ਆਪਣੀ ਜਗ੍ਹਾ 'ਤੇ ਇੱਕ ਉਪ ਚੇਅਰਮੈਨ ਆ ਉਹ ਨਿਯੁਕਤ ਕਰ ਸਕਦਾ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਵੀ। ਹਾਂਜੀ, ਕੰਟਰੋਲ ਬੋਰਡ ਹੈ ਉਹਦੀ ਜਿਹੜੀ ਸਟਰਕਚਰ ਹੈ ਉਹਦੀ ਬਣਤਰ ਹੈ ਉਹਦੇ ਵਿੱਚ ਵੀ ਕੁਝ ਬਦਲਾਅ ਕੀਤੇ ਗਏ ਅਤੇ ਇੱਕ ਚੇਅਰਮੈਨ ਅਤੇ 2 ਜੂਨੀਅਰ ਮੈਂਬਰ ਹੈ ਜਿਹੜਾ ਉਹ ਵੀ ਰੱਖਣ ਦਾ ਜਿਹੜਾ ਇਸ ਐਕਟ ਦੇ ਵਿੱਚ ਪ੍ਰੋਵੀਜ਼ਨ ਕੀਤੀ ਗਈ। ਜਿਹੜੇ ਜੂਨੀਅਰ ਮੈਂਬਰ ਸੀਗੇ ਪਹਿਲਾਂ ਇਹ ਜ਼ਰੂਰੀ ਸੀਗਾ ਵੀ ਇਹ ਸਮਰਾਟ ਦੀ ਜਿਹੜੀ ਪ੍ਰੀਵੀ ਕੌਂਸਲ ਆ ਉਹਦੇ ਵਿੱਚੋਂ ਹੀ ਇਹ ਮੈਂਬਰ ਹੋਣ, ਪਰ ਇਸ ਚਾਰਟਰ ਐਕਟ ਜਿਹੜਾ 1793 ਦਾ ਹੈ ਇਹਦੇ ਵਿੱਚ ਇਹ ਸ਼ਰਤ ਵੀ ਖਤਮ ਕਰ ਦਿੱਤੀ ਗਈ। ਠੀਕ ਹੈ ਜੀ, ਤੇ ਇਹ ਜਿਹੜੀ ਸ਼ਰਤ ਪਹਿਲਾਂ ਪਿਟਸ ਇੰਡੀਆ ਐਕਟ 1784 ਦੇ ਵਿੱਚ ਲਾਜ਼ਮੀ ਸੀ ਵੀ ਜਿਹੜੇ ਜੂਨੀਅਰ ਮੈਂਬਰ ਹੈ ਉਹ ਸਮਰਾਟ ਦੀ ਪ੍ਰੀਵੀ ਕੌਂਸਲ ਦੇ ਵਿੱਚੋਂ ਹੋਣੇ ਲਾਜ਼ਮੀ ਹੈ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। 1793 ਐਕਟ ਤਹਿਤ ਜਿਹੜਾ ਬੋਰਡ ਹੈ, ਕੰਟਰੋਲ ਬੋਰਡ ਅਤੇ ਕੰਪਨੀ ਦੇ ਜਿੰਨੇ ਵੀ ਕਰਮਚਾਰੀ ਸੀ ਉਹਨਾਂ ਦੀਆਂ ਤਨਖਾਹਾਂ ਭਾਰਤੀ ਖਜ਼ਾਨੇ ਵਿੱਚੋਂ ਅਦਾ ਕਰਨ ਦੀ ਵੀ ਵਿਵਸਥਾ ਕੀਤੀ ਗਈ। ਠੀਕ ਹੈ ਜੀ, ਤੇ ਇਹ ਹੁਣ ਕੰਟਰੋਲ ਬੋਰਡ ਤੇ ਕੰਪਨੀ ਦੇ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ਭਾਰਤੀ ਖਜ਼ਾਨੇ ਵਿੱਚੋਂ ਦਿੱਤੀਆਂ ਜਾਣ ਲੱਗੀਆਂ ਇਸ ਐਕਟ ਦੇ ਤਹਿਤ। ਇਹ ਤਨਖਾਹ 1919 ਤੱਕ ਇਸੇ ਤਰ੍ਹਾਂ ਹੀ ਭਾਰਤੀ ਖਜ਼ਾਨੇ ਵਿੱਚੋਂ ਦਿੱਤੀਆਂ ਗਈਆਂ। ਠੀਕ ਹੈ ਜੀ, 1793 ਤੋਂ ਲੈ ਕੇ 1919 ਤੱਕ। ਹਾਂਜੀ, ਇਹ ਅਜਿਹਾ ਕਿਉਂ ਕੀਤਾ ਗਿਆ ਕਿਉਂਕਿ ਜਿਹੜੀ ਕੰਪਨੀ ਸੀਗੀ ਉਹ ਬ੍ਰਿਟਿਸ਼ ਫੰਡ ਦੇ ਵਿੱਚੋਂ ਜਦੋਂ ਤਨਖਾਹ ਦਿੰਦੀ ਸੀ ਤਾਂ ਬਹੁਤ ਘੱਟ ਤਨਖਾਹ ਦਿੱਤੀਆਂ ਜਾਂਦੀਆਂ ਸੀਗੀਆਂ ਕੰਪਨੀ ਦੇ ਕਰਮਚਾਰੀਆਂ ਨੂੰ, ਅਤੇ ਕੰਪਨੀ ਦੇ ਜਿਹੜੇ ਕਰਮਚਾਰੀ ਆ ਫਿਰ ਉਹ ਰਿਸ਼ਵਤ ਲੈਂਦੇ ਸੀਗੇ। ਠੀਕ ਹੈ ਜੀ, ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਸੀਗੇ, ਇਸ ਕਰਕੇ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਹੁਣ ਭਾਰਤੀ ਫੰਡ ਵਿੱਚੋਂ ਦਿੱਤੀਆਂ ਜਾਣ ਲੱਗੀਆਂ ਅਤੇ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ। ਠੀਕ ਹੈ, ਤਾਂ ਜੋ ਉਹ ਭ੍ਰਿਸ਼ਟਾਚਾਰ ਦੇ ਵਿੱਚ ਜਿਹੜੇ ਭ੍ਰਿਸ਼ਟਾਚਾਰ ਨਾ ਕਰਨ। ਇਸ ਐਕਟ ਦੇ ਵਿੱਚ ਇਹ ਨਿਯਮ ਬਣਾਇਆ ਗਿਆ ਕਿ ਜਿਹੜੇ ਸੀਨੀਅਰ ਅਧਿਕਾਰੀ ਹੈ ਬਿਨਾਂ ਕੰਪਨੀ ਦੀ ਇਜਾਜ਼ਤ ਤੋਂ ਭਾਰਤ ਨਹੀਂ ਛੱਡ ਸਕਦੇ, ਜੇ ਅਜਿਹਾ ਕਰਨਗੇ ਤਾਂ ਉਹ ਉਹਨਾਂ ਦਾ ਅਸਤੀਫਾ ਮੰਨਿਆ ਜਾਏਗਾ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਇਹ ਵੀ ਇੰਪੋਰਟੈਂਟ ਹੈ। ਕੰਪਨੀ ਦੇ ਕਰਮਚਾਰੀਆਂ ਨੂੰ ਪਹਿਲਾਂ ਤਾਂ ਮਨਾਹੀ ਕੀਤੀ ਗਈ ਵੀ ਭਾਰਤ ਵਿੱਚ ਕਾਰੋਬਾਰ ਨਹੀਂ ਕਰ ਸਕਦੇ, ਪਰ ਇਸ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਕੀਤੀ ਗਈ ਜੇ ਉਹ ਭਾਰਤ ਵਿੱਚ ਕਾਰੋਬਾਰ ਕਰਨਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਲਾਇਸੈਂਸ ਲੈਣਾ ਪਏਗਾ, ਅਤੇ ਇਹ ਲਾਇਸੈਂਸ ਕੌਣ ਦੇਵੇਗਾ? ਕੰਪਨੀ ਦੇਵੇਗੀ।
ठीक है जी, ध्यान 'ਚ ਰੱਖਣਾ ਹੈ। ਤੇ ਇਸ ਨੂੰ ਵਿਸ਼ੇਸ਼ ਅਧਿਕਾਰ ਜਾਂ ਦੇਸ਼ ਵਪਾਰ ਵਜੋਂ ਵੀ ਜਾਣਿਆ ਜਾਂਦਾ ਹੈ। ਸੁਪਰੀਮ ਕੋਰਟ ਦਾ ਜਿਹੜਾ ਅਧਿਕਾਰ ਖੇਤਰ ਹੈ ਇਸ ਐਕਟ ਦੇ ਤਹਿਤ ਹੋਰ ਵਧਾ ਦਿੱਤਾ ਗਿਆ, ਠੀਕ ਹੈ ਜੀ, 1793 ਦੇ ਚਾਰਟਰ ਐਕਟ ਦੇ ਤਹਿਤ। ਇਸ ਐਕਟ ਨੂੰ ਬ੍ਰਿਟਿਸ਼ ਸਰਕਾਰ ਦੀ ਪ੍ਰਸਾਰਵਾਦੀ ਨੀਤੀ ਦਾ ਸੂਚਕ ਮੰਨਿਆ ਜਾਂਦਾ ਹੈ, ਠੀਕ ਹੈ। ਪ੍ਰਸਾਰਵਾਦੀ ਦਾ ਮਤਲਬ ਇਹ ਹੈ ਵੀ ਇਹਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਏਰੀਏ ਸੀ ਭਾਰਤ ਦੇ ਉਹਦੇ ਉੱਪਰ ਕਬਜ਼ਾ ਕਰ ਲਿਆ ਬ੍ਰਿਟਿਸ਼ ਸਰਕਾਰ ਨੇ। ਕੰਪਨੀ ਨੇ ਹੁਣ ਭਾਰਤ ਦੇ ਨਿੱਜੀ ਅਧਿਕਾਰਾਂ ਤੇ ਜਾਇਦਾਦਾਂ ਨੂੰ ਵੀ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ ਜੀ। ਭਾਰਤੀਆਂ ਦੇ ਜਿਹੜੇ ਨਿੱਜੀ ਪਰਸਨਲ ਜਿਹੜੇ ਰਾਈਟ ਹੈ, ਠੀਕ ਹੈ ਜੀ, ਤੇ ਉਹਨਾਂ ਦੀਆਂ ਜ਼ਮੀਨ ਜਾਇਦਾਦ ਉਹਨਾਂ ਨੂੰ ਵੀ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਇਸੇ ਜਿਹੜਾ ਚਾਰਟਰ ਐਕਟ ਹੈ 1793 ਦਾ, ਇਸੇ ਦੇ ਵਿੱਚ ਹੀ ਜਿਹੜਾ ਹੈ ਜਾਗੀਰਦਾਰੀ ਪ੍ਰਥਾ ਜਿਹੜੀ ਉਹ ਆਉਂਦੀ ਹੈ, ਠੀਕ ਹੈ, ਧਿਆਨ 'ਚ ਰੱਖਣਾ। ਹਾਂਜੀ, ਵਿਚ ਐਕਟ ਇਜ਼ ਐਸੋਸੀਏਟਡ ਵਿਦ ਕੋਰਟ ਕੈਨ ਇੰਟਰਪ੍ਰੀਟ ਦੀ ਰੂਲਸ ਐਂਡ ਰੈਗੂਲੇਸ਼ਨ। ਹਾਂਜੀ, ਇਹੀ ਇੱਕ ਚਾਰਟਰ ਐਕਟ ਹੈ ਜਿਹਦੇ ਵਿੱਚ ਕੋਰਟ ਜਿਹੜੀਆਂ ਉਹਦੇ ਅਧਿਕਾਰਾਂ ਨੂੰ ਵਧਾਇਆ ਗਿਆ, ਉਹਦੀਆਂ ਸ਼ਕਤੀਆਂ ਨੂੰ ਵਧਾਇਆ ਗਿਆ, ਤੇ ਹੁਣ ਜਿਹੜਾ ਕੋਰਟ ਹੈ ਉਹ ਰੂਲਸ ਤੇ ਰੈਗੂਲੇਸ਼ਨ ਉਹਨੂੰ ਵੀ ਇੰਟਰਪ੍ਰੀਟ ਕਰ ਸਕਦੀ ਸੀ, ਉਹਦੀ ਵੀ ਵਿਆਖਿਆ ਕਰ ਸਕਦੀ ਸੀ। ਇਹ ਚਾਰਟਰ ਐਕਟ ਹੈ ਜੀ 1793 ਦਾ। ਕਿਸ ਐਕਟ ਦੇ ਵਿੱਚ ਇਹ ਨਿਯਮ ਬਣਾਇਆ ਗਿਆ ਕਿ ਕੰਪਨੀ ਦੇ ਜਿਹੜੇ ਸੀਨੀਅਰ ਅਧਿਕਾਰੀ ਹੈ ਜਿਹੜੇ ਬਿਨਾਂ ਇਜਾਜ਼ਤ ਭਾਰਤ ਛੱਡ ਕੇ ਜਾਂਦੇ ਆ ਤਾਂ ਉਹਨਾਂ ਦਾ ਇਸਤੀਫਾ ਮੰਨਿਆ ਜਾਏਗਾ। ਹਾਂਜੀ, ਇਹ ਵੀ ਚਾਰਟਰ ਐਕਟ 1793 ਦਾ ਸੀ, ਠੀਕ ਹੈ, ਧਿਆਨ 'ਚ ਰੱਖਣਾ ਹੈ। 1793 ਦਾ ਚਾਰਟਰ ਐਕਟ ਕਿਸ ਗਵਰਨਰ ਜਨਰਲ ਦੇ ਕਾਰਜਕਾਲ ਦੌਰਾਨ ਪੇਸ਼ ਕੀਤਾ ਗਿਆ? ਹਾਂਜੀ, ਇਹ ਲਾਰਡ ਕਾਰਨਵਾਲਿਸ ਦੇ ਸਮੇਂ ਦੇ ਵਿੱਚ ਆਖਰੀ ਸਮੇਂ ਦੇ ਵਿੱਚ ਇਹ ਪੇਸ਼ ਕੀਤਾ ਗਿਆ ਸੀ। ਹਾਂਜੀ, ਕਿਸ ਐਕਟ ਦੇ ਵਿੱਚ ਗਵਰਨਰ ਜਨਰਲ ਨੂੰ ਆਪਣੀ ਗੈਰ ਹਾਜ਼ਰੀ ਦੇ ਵਿੱਚ ਉਪ ਚੇਅਰਮੈਨ ਨਿਯੁਕਤ ਕਰਨ ਦਾ ਵੀ ਪ੍ਰਾਵਧਾਨ ਕੀਤਾ ਗਿਆ? ਵੀ ਜਦੋਂ ਗਵਰਨਰ ਜਨਰਲ ਬੰਗਾਲ ਦੇ ਵਿੱਚ ਗੈਰ ਹਾਜ਼ਰ ਰਹਿੰਦਾ ਸੀ ਤਾਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਜਿਹੜਾ ਕੰਮਕਾਰ ਆ ਉਪ ਚੇਅਰਮੈਨ ਆ ਜਿਹੜਾ ਉਹ ਕਰਦਾ ਸੀਗਾ। ਇਹ ਵੀ 1793 ਦੇ ਚਾਰਟਰ ਐਕਟ ਦੇ ਵਿੱਚ ਪ੍ਰੋਵੀਜ਼ਨ ਕੀਤੀ ਗਈ। ਹਾਂਜੀ, ਹੁਣ ਪੜਾਂਗੇ ਆਪਾਂ ਅਗਲਾ ਚਾਰਟਰ ਐਕਟ 1813। ਹਾਂਜੀ, ਇਹ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਸਾਰੇ ਸਵਾਲ ਹੈ 1813 ਤੇ 1833 ਦੇ ਚਾਰਟਰ ਐਕਟ ਦੇ ਵਿੱਚੋਂ ਪੁੱਛੇ ਜਾਂਦੇ ਆ। ਹਾਂਜੀ, ਯੂਰਪ ਦੇ ਵਿੱਚ, ਠੀਕ ਹੈ, ਫਰਾਂਸਿਸ ਦੇ ਨਾਲ ਜਿਹੜਾ ਬ੍ਰਿਟਿਸ਼ ਦਾ ਸੰਘਰਸ਼ ਜਿਹੜਾ ਯੁੱਧ ਚੱਲ ਰਿਹਾ ਸੀਗਾ ਉਹਦੇ ਕਰਕੇ ਬ੍ਰਿਟਿਸ਼ ਵਪਾਰ 'ਤੇ ਬਹੁਤ ਜ਼ਿਆਦਾ ਮਾੜਾ ਅਸਰ ਪਿਆ, ਅਤੇ ਨੈਪੋਲੀਅਨ ਦੁਆਰਾ ਬਣਾਈ ਗਈ ਮਹਾਂਦੀਪੀ ਪ੍ਰਣਾਲੀ ਦੇ ਨਾਲ ਯੂਰਪ ਦੇ ਵਿੱਚ ਅੰਗਰੇਜ਼ਾਂ ਦੇ ਵਪਾਰ ਕਰਨ ਦੇ ਰਸਤੇ ਜਿਹੜੇ ਬੰਦ ਹੋ ਗਏ, ਅਤੇ ਉਸ ਤੋਂ ਬਾਅਦ ਹਰ ਕੋਈ ਜਿਹੜਾ ਵਪਾਰੀ ਸੀ, ਜਿਹੜਾ ਅੰਗਰੇਜ਼ ਵਪਾਰੀ ਸੀਗਾ, ਜਦੋਂ ਯੂਰਪ ਦੇ ਵਿੱਚ ਦਰਵਾਜ਼ੇ ਬੰਦ ਹੋ ਗਏ, ਉਹ ਚਾਹੁੰਦੇ ਸਨ ਕਿ ਭਾਰਤ ਦੇ ਵਿੱਚ ਉਹਨਾਂ ਦੇ ਦਰਵਾਜ਼ੇ ਖੋਲ੍ਹੇ ਜਾਣ, ਕਿਉਂਕਿ ਭਾਰਤ 'ਤੇ ਉਹਨਾਂ ਦਾ ਪੂਰਾ ਕੰਟਰੋਲ ਸੀ ਅੰਗਰੇਜ਼ਾਂ ਦਾ। ਉਹ ਚਾਹੁੰਦੇ ਸਨ ਇਹ ਵਪਾਰੀ ਕਿ ਭਾਰਤ ਦੇ ਵਿੱਚ ਜਿਹੜਾ ਇੱਕ ਅਧਿਕਾਰ ਦਿੱਤਾ ਗਿਆ ਕੰਪਨੀ ਨੂੰ ਉਹ ਖਤਮ ਕਰ ਦਿੱਤਾ ਜਾਵੇ, ਅਤੇ ਸਾਰੇ ਅੰਗਰੇਜ਼ਾਂ ਦੇ ਲਈ, ਵਪਾਰੀਆਂ ਦੇ ਲਈ, ਅੰਗਰੇਜ਼ ਵਪਾਰੀਆਂ ਦੇ ਲਈ ਭਾਰਤ ਦਾ ਜਿਹੜਾ ਉਹ ਖੋਲ੍ਹ ਦਿੱਤਾ ਜਾਵੇ ਵਪਾਰ ਕਰਨ ਦੇ ਲਈ, ਠੀਕ ਹੈ ਜੀ। ਇਸ ਲਈ ਹਰ ਜਿਹੜਾ ਵਪਾਰੀ ਅੰਗਰੇਜ਼ ਚਾਹੁੰਦਾ ਸੀ ਕਿ ਭਾਰਤ ਵਿੱਚ ਕੰਪਨੀ ਦੀ ਜਿਹੜੀ ਵਪਾਰਕ ਇੱਕ ਅਧਿਕਾਰ ਹੈ ਉਹ ਖਤਮ ਕੀਤੀ ਜਾਵੇ। ਇਸ ਲਈ 1813 ਦੇ ਚਾਰਟਰ ਐਕਟ ਦੇ ਵਿੱਚ ਭਾਰਤ ਦੇ ਵਿੱਚ ਵਪਾਰ ਕਰਨ ਦਾ ਜਿਹੜਾ ਇੱਕ ਅਧਿਕਾਰ ਆ ਉਹ ਸਮਾਪਤ ਕਰ ਦਿੱਤਾ ਗਿਆ ਕੰਪਨੀ ਦਾ, ਠੀਕ ਹੈ, ਧਿਆਨ ਰੱਖਣਾ ਹੈ। ਓਨਲੀ ਭਾਰਤ ਦੇ ਵਿੱਚ, ਚੀਨ ਦੇ ਵਿੱਚ ਜਾਰੀ ਰਿਹਾ ਸੀ, ਖਾਸ ਤੌਰ 'ਤੇ ਚਾਹ ਦਾ ਵਪਾਰ ਹੈ ਉਹਦਾ ਮੋਨੋਪੋਲੀ ਕੰਪਨੀ ਦੇ ਕੋਲ ਹੀ ਰਹੀ ਸੀ। ਹਾਂਜੀ, ਇਸ ਐਕਟ 1813 ਦੇ ਵਿੱਚ ਕੀ ਉਹਦੀਆਂ ਨੁਕਤੇ ਹੈ ਜਾਂ ਵਿਸ਼ੇਸ਼ਤਾਵਾਂ? ਸਭ ਤੋਂ ਪਹਿਲਾਂ ਜਿੰਨੇ ਵੀ ਬ੍ਰਿਟਿਸ਼ ਵਪਾਰੀ ਸੀ ਉਹਨਾਂ ਨੂੰ ਭਾਰਤ ਵਿੱਚ ਵਪਾਰ ਕਰਨ ਦੀ ਇਜਾਜ਼ਤ ਮਿਲ ਗਈ, ਕਿਉਂਕਿ ਇਸ ਐਕਟ ਦੇ ਤਹਿਤ ਜਿਹੜੀ ਕੰਪਨੀ ਹੈ ਉਹਦਾ ਇੱਕ ਅਧਿਕਾਰ ਭਾਰਤ ਦੇ ਵਿੱਚ ਖਤਮ ਕਰ ਦਿੱਤਾ ਗਿਆ। ਹਾਂਜੀ, ਭਾਰਤੀ ਵਪਾਰ ਤੇ ਕੰਪਨੀ ਦਾ ਇੱਕ ਅਧਿਕਾਰ ਖਤਮ ਕਰ ਦਿੱਤਾ ਗਿਆ, ਜਦ ਕਿ ਚੀਨ ਦੇ ਨਾਲ ਚਾਹ ਦੇ ਵਪਾਰ ਤੇ ਇੱਕ ਅਧਿਕਾਰ ਕੰਪਨੀ ਦਾ ਕਾਇਮ ਰਿਹਾ, ਠੀਕ ਹੈ ਜੀ, ਧਿਆਨ ਰੱਖਣਾ ਹੈ। ਸਭ ਤੋਂ ਪਹਿਲਾਂ ਕੰਪਨੀ ਦਾ ਇੱਕ ਅਧਿਕਾਰ ਸਮਾਪਤ ਕੀਤਾ ਗਿਆ ਭਾਰਤ ਦੇ ਵਿੱਚ, ਤੇ ਇਸੇ ਦੇ ਨਾਲ ਹੀ ਬ੍ਰਿਟਿਸ਼ ਵਪਾਰੀਆਂ ਨੂੰ ਭਾਰਤ ਵਿੱਚ ਵਪਾਰ ਕਰਨ ਦੀ ਆਗਿਆ ਮਿਲ ਗਈ। ਪਰ ਨੋਟ ਇਹ ਕਰਨਾ ਹੈ ਵੀ ਚੀਨ ਦੇ ਨਾਲ ਚਾਹ ਦਾ ਵਪਾਰ ਹੈ ਉਹ ਅਜੇ ਵੀ ਉਸ ਵਿੱਚ ਕੰਪਨੀ ਦੀ ਮੋਨੋਪੋਲੀ ਸੀ। ਕੰਪਨੀ ਦੇ ਜਿੰਨੇ ਵੀ ਭਾਈਵਾਲ ਸੀਗੇ, ਸ਼ੇਅਰ ਹੋਲਡਰ ਸੀਗੇ, ਉਹਨਾਂ ਦਾ ਜਿਹੜਾ ਮੁਨਾਫਾ ਹੈ ਉਹਦਾ ਹਿੱਸਾ 10.5% ਕਰ ਦਿੱਤਾ ਗਿਆ। ਕੰਪਨੀ ਹੈ ਜਿਹੜਾ ਉਸਨੂੰ 20 ਸਾਲਾਂ ਦੇ ਲਈ ਭਾਰਤੀ ਖੇਤਰ ਦੇ ਵਿੱਚ ਰਾਜਸਵ ਕੰਟਰੋਲ ਕਰਨ ਦਾ ਅਧਿਕਾਰ ਦਿੱਤਾ ਗਿਆ, ਠੀਕ ਹੈ ਜੀ। ਰਾਜਸਵ ਦਾ ਮਤਲਬ ਹੈ ਵੀ ਜਿੰਨੇ ਵੀ ਟੈਕਸ ਟੁਕਸ ਲੱਗਦੇ ਸੀ ਉਹ ਕੰਟਰੋਲ ਕੌਣ ਕਰਦੀ ਸੀ? ਹਾਲੇ ਵੀ ਕੰਪਨੀ, ਪਰ ਵਪਾਰ ਤੇ ਇੱਕ ਅਧਿਕਾਰ ਹੈ ਉਹ ਸਮਾਪਤ ਹੋ ਗਿਆ ਸੀ। ਹਾਂਜੀ, ਇਸ ਐਕਟ ਦੇ ਅਨੁਸਾਰ ਭਾਰਤ ਦੇ ਵਿੱਚ ਜਿੰਨੀਆਂ ਵੀ ਲੋਕਲ ਬੋਡੀਜ਼ ਸੀਗੀਆਂ, ਠੀਕ ਹੈ ਜੀ, ਜਿਹਨੂੰ ਆਪਾਂ ਸਥਾਨਕ ਸੰਸਥਾਵਾਂ ਕਹਾਂਗੇ, ਜਿਨ੍ਹਾਂ ਦਾ ਨਿਰਮਾਣ ਅੰਗਰੇਜ਼ਾਂ ਨੇ ਕੀਤਾ ਸੀਗਾ, ਇਹ ਜਿਹੜੀਆਂ ਲੋਕਲ ਬੋਡੀਜ਼ ਹੈ ਭਾਰਤੀਆਂ ਦੇ ਉੱਪਰ ਕਈ ਤਰ੍ਹਾਂ ਦੇ ਟੈਕਸ ਲਗਾ ਸਕਦੀਆਂ ਸਨ, ਜਿਵੇਂ ਕਿ ਸਫਾਈ ਟੈਕਸ, ਚੌਂਕੀ ਦਾ ਟੈਕਸ, ਠੀਕ ਹੈ ਜੀ। ਇਹਦੀ ਪ੍ਰੋਵੀਜ਼ਨ ਵੀ 1813 ਦੇ ਚਾਰਟਰ ਐਕਟ ਦੇ ਵਿੱਚ ਕੀਤੀ ਗਈ, ਅਤੇ ਇਸ ਐਕਟ ਦੇ ਵਿੱਚ ਇਹ ਵੀ ਪ੍ਰੋਵੀਜ਼ਨ ਕੀਤੀ ਗਈ ਜੇ ਭਾਰਤੀ ਟੈਕਸ ਨਹੀਂ ਪੇ ਕਰਦੇ ਤਾਂ ਉਹਨਾਂ ਨੂੰ ਕਠੋਰ ਸਜ਼ਾਵਾਂ ਦੇਣ ਦੀ ਵੀ ਵਿਵਸਥਾ ਕੀਤੀ ਗਈ, ਠੀਕ ਹੈ ਜੀ। ਅਤੇ ਇਸ ਐਕਟ ਦੇ ਅਨੁਸਾਰ ਕੰਪਨੀ ਨੇ ਆਪਣੇ ਖੇਤਰੀ ਰਾਜਸਵ ਤੇ ਵਪਾਰਿਕ ਮੁਨਾਫੇ ਨੂੰ ਵੱਖ ਕਰਨਾ ਸੀ, ਠੀਕ ਹੈ ਜੀ, ਕਿਉਂਕਿ ਵਪਾਰ ਹੈ ਜਿਹੜਾ ਉਹਦੇ ਵਿੱਚ ਇਸ ਚਾਰਟਰ ਐਕਟ ਦੇ ਵਿੱਚ ਕੰਪਨੀ ਦਾ ਜਿਹੜਾ ਵਪਾਰ ਹੈ ਉਹਦੀ ਮੋਨੋਪੋਲੀ ਸਮਾਪਤ ਕਰ ਦਿੱਤੀ ਸੀ, ਅਤੇ ਪਰ ਰਾਜਸਵ ਦਾ ਜਿਹੜਾ 20 ਸਾਲਾਂ ਦਾ ਅਗਲਾ ਜਿਹੜਾ ਅਧਿਕਾਰ ਹੈ ਰਾਜਸਵ ਇਕੱਠਾ ਕਰਨਾ ਤੇ ਉਸ ਨਾਲ ਸੰਬੰਧਿਤ ਨਿਯਮ ਬਣਾਉਣਾ ਉਹ ਕੰਪਨੀ ਕੋਲ ਹੀ ਸੀ। ਕੰਪਨੀ ਬਾਰੇ ਅੰਤਮ ਫੈਸਲਾ ਲੈਣ ਦਾ ਜਿਹੜਾ ਅਧਿਕਾਰ ਹੈ ਉਹ ਇੰਗਲੈਂਡ ਦੇ ਬਾਦਸ਼ਾਹ ਦੇ ਕੋਲ ਹੀ ਰਿਹਾ, ਪਰ ਵਿੱਤੀ ਮਾਮਲੇ ਜਿਹੜੇ ਕੰਪਨੀ ਨੂੰ ਹੀ ਦਿੱਤੇ ਗਏ, ਠੀਕ ਹੈ ਜੀ, ਧਿਆਨ 'ਚ ਰੱਖਣਾ ਇਹ ਇੰਪੋਰਟੈਂਟ ਹੈ ਜੀ। ਹਾਂਜੀ, ਇਸ ਐਕਟ ਦੇ ਦੁਆਰਾ ਭਾਰਤੀ ਅਦਾਲਤਾਂ ਨੂੰ ਬ੍ਰਿਟਿਸ਼ ਵਿਸ਼ਿਆਂ ਦੇ ਉੱਪਰ ਵਧੇਰੇ ਸ਼ਕਤੀਆਂ ਦਿੱਤੀਆਂ ਗਈਆਂ, ਇਹ ਵੀ ਇੰਪੋਰਟੈਂਟ ਧਿਆਨ ਰੱਖਣਾ ਹੈ। ਕਈ ਵਾਰ ਐਗਜ਼ਾਮ 'ਚ ਪੁੱਛਿਆ ਗਿਆ ਇਹ ਵੀ ਉਹ ਕਿਹੜਾ ਚਾਰਟਰ ਐਕਟ ਹੈ ਜਿਹਦੇ ਵਿੱਚ ਭਾਰਤੀ ਅਦਾਲਤਾਂ ਨੂੰ ਬ੍ਰਿਟਿਸ਼ ਜਿਹੜੇ ਵਿਸ਼ੇ ਹੈ, ਸਬਜੈਕਟ ਹੈ, ਉਹ 'ਤੇ ਵੀ ਕਾਨੂੰਨ ਬਣਾਉਣੀਆਂ ਸ਼ਕਤੀਆਂ ਪ੍ਰਾਪਤ ਹੋਈਆਂ। ਹਾਂਜੀ, ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਜਿਹੜਾ ਫੈਕਟ ਅਗਲਾ ਹੈ, ਜਿਹੜੇ ਈਸਾਈ ਮਿਸ਼ਨਰੀ ਹੈ, ਠੀਕ ਹੈ ਜੀ, ਇਹ ਅਸਲ ਦੇ ਵਿੱਚ ਈਸਾਈ ਧਰਮ ਦੇ ਪ੍ਰਚਾਰਕ ਹੈ, ਠੀਕ ਹੈ, ਜਿਨ੍ਹਾਂ ਨੇ ਭਾਰਤ ਦੇ ਵਿੱਚ ਪ੍ਰਚਾਰ ਕਰਨਾ ਸੀ, ਇਹਨਾਂ ਨੂੰ ਵੀ 1813 ਦੇ ਚਾਰਟਰ ਐਕਟ ਦੇ ਵਿੱਚ ਇਜਾਜ਼ਤ ਮਿਲੀ। ਐਗਜ਼ਾਮ 'ਚ ਸਵਾਲ ਪੁੱਛਿਆ ਜਾਂਦਾ ਵੀ ਕਿਸ ਚਾਰਟਰ ਐਕਟ ਦੇ ਤਹਿਤ ਈਸਾਈਆਂ ਨੂੰ ਭਾਰਤ ਵਿੱਚ ਧਰਮ ਪ੍ਰਚਾਰ ਦੀ ਆਗਿਆ ਮਿਲੀ, ਤੇ ਇਹਦਾ ਰਾਈਟ ਆਨਸਰ ਹੋਏਗਾ 1813 ਦਾ ਚਾਰਟਰ ਐਕਟ। ਈਸਾਈ ਧਰਮ ਦੇ ਪ੍ਰਚਾਰ ਦੇ ਲਈ, ਠੀਕ ਹੈ ਜੀ, ਭਾਰਤ ਵਿੱਚ ਰਹਿਣ ਵਾਲੇ ਜਿੰਨੇ ਵੀ ਈਸਾਈ ਸੀਗੇ ਉਹ ਇਕਜੁੱਟ ਹੋ ਗਏ ਅਤੇ ਆਪਣੇ ਈਸਾਈ ਧਰਮ ਦਾ ਪ੍ਰਚਾਰ ਕਰਨ ਲੱਗੇ। ਇਸ ਪ੍ਰਚਾਰ ਦੇ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਕਲਕੱਤੇ ਦੇ ਵਿੱਚ ਇੱਕ ਚਰਚ ਖੋਲ੍ਹੀ ਅਤੇ ਇੱਕ ਬਿਸ਼ਪ ਅਤੇ 3 ਪਾਦਰੀਆਂ ਦੀ ਨਿਯੁਕਤੀ ਵੀ ਕੀਤੀ, ਠੀਕ ਹੈ ਜੀ, ਧਿਆਨ ਰੱਖਣਾ ਇਹ ਵੀ ਇੰਪੋਰਟੈਂਟ ਹੈ, ਇਹ ਵੀ ਐਗਜ਼ਾਮ 'ਚ ਪੁੱਛਿਆ ਜਾਂਦਾ। ਹਾਂਜੀ, ਅੰਗਰੇਜ਼ ਵਪਾਰੀ
ਅਤੇ ਇੰਜੀਨੀਅਰਾਂ ਨੂੰ ਭਾਰਤ ਵਿੱਚ ਆ ਕੇ ਵਸਣ ਦੀ ਇਜਾਜ਼ਤ ਮਿਲ ਗਈ। ਠੀਕ ਹੈ ਜੀ, ਧਿਆਨ 'ਚ ਰੱਖਣਾ ਇੰਪੋਰਟੈਂਟ ਹੈ। ਤੇ ਬੋਰਡ ਆਫ ਡਾਇਰੈਕਟਰਸ ਜਾਂ ਕੰਟਰੋਲ ਬੋਰਡ ਤੋਂ ਲਾਇਸੈਂਸ ਲੈਣਾ ਜ਼ਰੂਰੀ ਸੀ। ਜਦੋਂ ਵੀ ਅੰਗਰੇਜ਼ ਵਪਾਰੀ ਭਾਰਤ ਵਿੱਚ ਵਪਾਰ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਆਗਿਆ ਤਾਂ ਮਿਲ ਗਈ, ਪਰ ਇਹਦੇ ਲਈ ਉਹਨਾਂ ਨੂੰ ਇੱਕ ਲਾਇਸੈਂਸ ਲੈਣਾ ਜ਼ਰੂਰੀ ਕਰ ਦਿੱਤਾ ਗਿਆ। ਠੀਕ ਹੈ ਜੀ, ਕੰਪਨੀ ਹੈ ਜਿਹੜੀ ਆਪਣੀ ਆਮਦਨ ਦੇ ਵਿੱਚੋਂ 1 ਲੱਖ ਰੁਪਏ ਜਿਹੜੇ ਹੈ ਭਾਰਤੀ ਸਿੱਖਿਆ ਤੇ ਪ੍ਰਤੀ ਸਾਲ ਖਰਚ ਕਰੇਗੀ। ਇਹਦੀ ਪ੍ਰੋਵੀਜ਼ਨ ਦੀ ਵਿਵਸਥਾ ਵੀ 1813 ਦੇ ਚਾਰਟਰ ਐਕਟ ਵਿੱਚ ਕੀਤੀ ਗਈ। ਵੈਰੀ ਇੰਪੋਰਟੈਂਟ ਹੈ, ਬਹੁਤ ਸਾਰੇ ਸਵਾਲ ਐਗਜ਼ਾਮ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ। ਠੀਕ ਹੈ ਜੀ, ਉਹ ਕਿਹੜਾ ਚਾਰਟਰ ਐਕਟ ਸੀਗਾ ਜਿਹਦੇ ਵਿੱਚ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ 1 ਲੱਖ ਦੀ ਵਿਵਸਥਾ ਕੀਤੀ ਗਈ ਸੀ? ਤਾਂ ਉਹ 1813 ਦਾ ਚਾਰਟਰ ਐਕਟ ਹੈ। ਹਾਂਜੀ, ਇਸੇ ਐਕਟ ਦੇ ਤਹਿਤ ਹੈ ਭਾਰਤੀ ਜਿਹੜਾ ਲਿਟਰੇਚਰ ਹੈ, ਸਾਇੰਸ ਹੈ ਆਦਿ ਸਿੱਖਿਆ ਨੂੰ ਵਧਾਉਣ ਦੇ ਵੀ ਉਪਬੰਧ ਕੀਤੇ ਗਏ। ਠੀਕ ਹੈ ਜੀ, ਕੰਪਨੀ ਦੇ ਕਰਮਚਾਰੀਆਂ ਨੂੰ ਸਿਖਲਾਈ ਦੇ ਪ੍ਰਬੰਧ, ਠੀਕ ਹੈ ਜੀ, ਉਹ ਵੀ ਇਸੇ ਚਾਰਟਰ ਐਕਟ 1813 ਦੇ ਵਿੱਚ ਕੀਤੇ ਗਏ। ਇਸ ਦੇ ਲਈ ਕਲਕੱਤਾ ਤੇ ਮਦਰਾਸ ਦੇ ਕਾਲਜਾਂ ਨੂੰ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਚਲਾਉਣ ਦੀ ਵਿਵਸਥਾ ਕੀਤੀ ਗਈ। ਠੀਕ ਹੈ ਜੀ, ਵੀ ਜਿੰਨੇ ਵੀ ਕੰਪਨੀ ਦੇ ਕਰਮਚਾਰੀ ਹੈ, ਚਾਹੇ ਉਹ ਕਿਸੇ ਸਿਵਲ ਅਹੁਦੇ 'ਤੇ ਹੋਣ, ਚਾਹੇ ਉਹ ਮਿਲਟਰੀ ਅਹੁਦੇ 'ਤੇ ਹੋਣ, ਇਹਨਾਂ ਦੋਹਾਂ ਦੇ ਕਰਮਚਾਰੀਆਂ ਦੇ ਲਈ ਸਿਖਲਾਈ ਦੇ ਪ੍ਰਬੰਧ ਕੀਤੇ ਗਏ। ਅਤੇ ਕਲਕੱਤਾ ਤੇ ਮਦਰਾਸ ਦੇ ਕਾਲਜ ਹੈ ਜਿਹੜੇ, ਇਸ ਦੇ ਲਈ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਚਲਾਉਣ ਦੀ ਵਿਵਸਥਾ ਵੀ 1813 ਦੇ ਚਾਰਟਰ ਐਕਟ ਦੇ ਵਿੱਚ ਕੀਤੀ ਗਈ। ਇਸ ਐਕਟ ਦੇ ਦੁਆਰਾ ਭਾਰਤ ਦੇ ਵਿੱਚ ਬ੍ਰਿਟਿਸ਼ ਫੌਜ ਦੀ ਜਿਹੜੀ ਗਿਣਤੀ ਹੈ ਉਹ 29,000 ਤੈਅ ਕੀਤੀ ਗਈ ਅਤੇ ਕੰਪਨੀ ਨੂੰ ਭਾਰਤੀ ਸੈਨਿਕਾਂ ਦੇ ਲਈ ਨਿਯਮ ਕਾਨੂੰਨ ਬਣਾਉਣ ਦਾ ਵੀ ਅਧਿਕਾਰ ਦਿੱਤਾ ਗਿਆ। ਠੀਕ ਹੈ ਜੀ, ਧਿਆਨ ਰੱਖਣਾ ਭਾਰਤੀ ਸੈਨਿਕਾਂ ਦੇ ਸੰਬੰਧ ਦੇ ਵਿੱਚ ਕਾਨੂੰਨ ਬਣਾਉਣ ਦਾ ਅਧਿਕਾਰ ਉਹ ਕੰਪਨੀ ਦੇ ਕੋਲ ਚਲਾ ਗਿਆ ਇਸ ਚਾਰਟਰ ਐਕਟ ਦੇ ਤਹਿਤ। ਠੀਕ ਹੈ, ਪਰ ਵਪਾਰ ਦੀ ਜਿਹੜੀ ਮੋਨੋਪੋਲੀ ਉਹ ਸਮਾਪਤ ਕਰ ਦਿੱਤੀ ਗਈ। ਠੀਕ ਹੈ, ਧਿਆਨ 'ਚ ਰੱਖਣਾ। ਦੀ ਕ੍ਰਿਸਚਨ ਮਿਸ਼ਨਰੀਜ਼ ਵਾਰ ਅਲਾਉਡ ਟੂ ਸਪਰੈਡ ਦੇਅਰ ਰਿਲੀਜਨ ਇਨ ਇੰਡੀਆ ਅੰਡਰ ਦੀ ਐਕਟ। ਦੱਸਣਾ ਜਿਹੜੇ ਈਸਾਈ ਜਿਹੜੀ ਮਸ਼ੀਨਰੀਜ਼ ਸੀ, ਧਰਮ ਪ੍ਰਚਾਰਕ ਸੀਗੇ, ਉਹਨਾਂ ਨੂੰ ਕਿਸ ਐਕਟ ਦੇ ਤਹਿਤ ਭਾਰਤ ਵਿੱਚ ਆਪਣੇ ਧਰਮ ਨੂੰ ਫੈਲਾਉਣ ਦੀ ਆਗਿਆ ਦਿੱਤੀ ਗਈ ਸੀ? ਉਹ ਸੀ 1813 ਦਾ ਚਾਰਟਰ ਐਕਟ। ਵਿਚ ਐਕਟ ਆਫ ਦੀ ਬ੍ਰਿਟਿਸ਼ ਪਾਰਲੀਮੈਂਟ ਅਬੋਲਿਸ਼ਡ ਦੀ ਈਸਟ ਇੰਡੀਆ ਕੰਪਨੀ ਮੋਨੋਪੋਲੀ ਓਵਰ ਟ੍ਰੇਡ ਇਨ ਇੰਡੀਆ। ਠੀਕ ਹੈ, ਓਨਲੀ ਇਨ ਇੰਡੀਆ, ਧਿਆਨ ਰੱਖਣਾ। ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਜਿਹੜਾ ਇੱਕ ਅਧਿਕਾਰ ਹੈ ਉਹ ਕਿਸ ਐਕਟ ਦੇ ਤਹਿਤ ਬ੍ਰਿਟਿਸ਼ ਪਾਰਲੀਮੈਂਟ ਨੇ ਸਮਾਪਤ ਕੀਤਾ ਸੀ? ਉਹ ਸੀ ਚਾਰਟਰ ਐਕਟ 1813। ਠੀਕ ਹੈ, ਪਰ ਚੀਨ ਦੇ ਵਿੱਚ ਹਾਲੇ ਵੀ ਚਾਹ ਤੇ ਮੋਨੋਪੋਲੀ ਬਣੀ ਰਹੀ। ਅੰਗਰੇਜ਼ ਸਰਕਾਰ ਨੇ ਕਿਹੜੇ ਐਕਟ ਨੇ ਪਹਿਲੀ ਵਾਰ ਭਾਰਤ ਦੇ ਵਿੱਚ ਸਿੱਖਿਆ ਦੇ ਲਈ 1 ਲੱਖ ਰੁਪਏ ਜਿਹੜੇ ਖਰਚ ਕਰਨ ਦੀ ਵਿਵਸਥਾ ਕੀਤੀ ਸੀ? ਉਹ ਸੀ 1813 ਦਾ ਚਾਰਟਰ ਐਕਟ। ਬ੍ਰਿਟਿਸ਼ ਸਰਕਾਰ ਨੇ ਆਧੁਨਿਕ ਸਿੱਖਿਆ ਦੇ ਪ੍ਰਸਾਰ ਵੱਲ ਪਹਿਲਾਂ ਧਿਆਨ ਦਿੱਤਾ ਸੀ। ਠੀਕ ਹੈ ਜੀ, ਮਾਡਰਨ ਐਜੂਕੇਸ਼ਨ ਵੱਲ ਧਿਆਨ ਦਿੱਤਾ ਸੀ, ਉਹ ਵੀ 1813 ਦੇ ਚਾਰਟਰ ਐਕਟ 1 ਲੱਖ ਰੁਪਏ ਖਰਚ ਕਰਨ ਦੀ ਐਜੂਕੇਸ਼ਨ ਦੀ ਵਿਵਸਥਾ ਕੀਤੀ ਗਈ ਸੀ। ਹਾਂਜੀ, ਚਾਰਟਰ ਐਕਟ 1813 ਦੇ ਅਧੀਨ ਕਿਹੜੀਆਂ ਵਿਵਸਥਾਵਾਂ ਕੀਤੀਆਂ ਗਈਆਂ ਸੀ ਇਹ ਦੱਸਣਾ ਆਪਾਂ। ਹਾਂਜੀ, ਕੰਪਨੀ ਦਾ ਇੱਕ ਅਧਿਕਾਰ ਸਮਾਪਤ ਹੋ ਗਿਆ ਸੀ, ਬਿਲਕੁਲ ਰਾਈਟ ਹੈ ਜੀ। ਕੰਪਨੀ ਨੇ ਚੀਨ ਨਾਲ ਵਪਾਰ ਤੇ ਚਾਹ ਦੇ ਵਪਾਰ ਤੇ ਇੱਕ ਅਧਿਕਾਰ ਬਣਿਆ ਰਿਹਾ, ਇਹ ਵੀ ਬਿਲਕੁਲ ਰਾਈਟ ਹੈ ਜੀ। ਹਾਂਜੀ, ਚਾਹ ਦੇ ਵਪਾਰ ਤੇ ਇੱਕ ਅਧਿਕਾਰ ਕੰਪਨੀ ਦਾ ਬਣਿਆ ਰਿਹਾ ਸੀ। ਈਸਾਈਆਂ ਨੂੰ ਸਭ ਤੋਂ ਪਹਿਲਾਂ ਭਾਰਤ ਵਿੱਚ ਵਸਣ ਤੇ ਧਰਮ ਪ੍ਰਚਾਰ ਕਰਨ ਦਾ ਹੁਕਮ ਇਸੇ ਚਾਰਟਰ ਐਕਟ ਦੇ ਵਿੱਚ ਦਿੱਤਾ ਗਿਆ ਸੀ, ਬਿਲਕੁਲ ਰਾਈਟ ਹੈ ਜੀ। ਸਿੱਖਿਆ ਤੇ 1 ਲੱਖ ਰੁਪਏ ਸਾਲਾਨਾ ਖਰਚ ਕਰਨ ਦੀ ਵਿਵਸਥਾ, ਇਹ ਵੀ 1813 ਦੇ ਚਾਰਟਰ ਐਕਟ ਦੇ ਵਿੱਚ। ਹਾਂਜੀ, ਉਪਰੋਕਤ ਸਾਰੇ ਹੈ। ਠੀਕ ਹੈ ਜੀ, ਇਹ ਕੁਐਸਚਨ ਹੈ, ਇਹ ਵੀ ਐਗਜ਼ਾਮ 'ਚ ਪੁੱਛਿਆ ਗਿਆ ਤੇ ਇਸ ਕੁਐਸਚਨ 'ਚੋਂ 4 ਅਲੱਗ-ਅਲੱਗ ਜਿਹੜੇ ਸਵਾਲ ਹੈ ਉਹ ਵੀ ਐਗਜ਼ਾਮ 'ਚ ਪੁੱਛੇ ਗਏ ਆ। ਠੀਕ ਹੈ, ਧਿਆਨ 'ਚ ਰੱਖਣਾ ਵੀ ਕਿਸ ਚਾਰਟਰ ਐਕਟ ਦੇ ਵਿੱਚ ਕੰਪਨੀ ਦਾ ਇੱਕ ਅਧਿਕਾਰ ਸਮਾਪਤ ਹੋਇਆ ਸੀ ਭਾਰਤ ਵਿੱਚ? 1813 ਦਾ। ਠੀਕ ਹੈ ਜੀ, ਤੇ ਈਸਾਈਆਂ ਦੇ ਪ੍ਰਚਾਰ ਦਾ ਇਹ ਵੀ ਸਵਾਲ ਪੁੱਛਿਆ ਗਿਆ ਐਗਜ਼ਾਮ 'ਚ, ਉਹ ਵੀ 1813 ਦਾ। 1 ਲੱਖ ਰੁਪਏ ਖਰਚ ਕਰਨ ਦੀ ਵਿਵਸਥਾ ਕੀਤੀ ਗਈ ਸਿੱਖਿਆ ਦੇ ਵਿੱਚ, ਉਹ ਵੀ 1813 ਦਾ। Which act during the British India provided financial grant for encouragement of the Indian literature and promotion of science? ਹਾਂਜੀ, ਭਾਰਤੀ ਸਾਇੰਸ ਦੇ ਪ੍ਰਮੋਸ਼ਨ ਤੇ ਭਾਰਤੀ ਜਿਹੜਾ ਲਿਟਰੇਚਰ ਹੈ ਉਹਦੇ ਇਨਕਰਜ ਕਰਨ ਦੇ ਲਈ ਗ੍ਰਾਂਟ ਦੀ ਵਿਵਸਥਾ ਕਿਸ ਚਾਰਟਰ ਐਕਟ ਦੇ ਵਿੱਚ ਕੀਤੀ ਗਈ ਸੀ? ਉਹ ਸੀ 1813 ਦਾ ਚਾਰਟਰ ਐਕਟ। ਈਸਟ ਇੰਡੀਆ ਕੰਪਨੀ ਨੇ ਦੇ ਵਪਾਰਿਕ ਅਧਿਕਾਰਾਂ ਨੂੰ ਹੇਠ ਲਿਖੇ ਕਾਨੂੰਨਾਂ ਦੇ ਵਿੱਚੋਂ ਕਿਸ ਐਕਟ ਦੁਆਰਾ ਖਤਮ ਕੀਤਾ ਗਿਆ ਸੀ? ਹਾਂਜੀ, ਭਾਰਤ ਦੀ ਗੱਲ ਹੋ ਰਹੀ ਹੈ। ਈਸਟ ਇੰਡੀਆ ਕੰਪਨੀ ਦੇ ਵਪਾਰਿਕ ਅਧਿਕਾਰਾਂ ਨੂੰ ਖਤਮ ਹੋਣ ਦੀ ਗੱਲ ਹੋ ਰਹੀ ਹੈ, 1813 ਦਾ ਚਾਰਟਰ ਐਕਟ ਸੀ। ਬ੍ਰਿਟਿਸ਼ ਮਸ਼ੀਨਰੀਆਂ ਨੂੰ ਭਾਰਤ ਵਿੱਚ ਵਸਣ ਦੀ ਤੇ ਆਪਣੇ ਧਰਮ ਪ੍ਰਚਾਰ ਕਰਨ ਦੀ ਇਜਾਜ਼ਤ ਉਹ ਵੀ 1813 ਦੇ ਚਾਰਟਰ ਐਕਟ ਦੇ ਵਿੱਚ ਦਿੱਤੀ ਗਈ ਸੀ। ਹਾਂਜੀ, ਉਸ ਤੋਂ ਬਾਅਦ ਹੈ ਜੀ ਚਾਰਟਰ ਐਕਟ 1833, ਇਹ ਵੀ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਚਾਰਟਰ ਐਕਟ 1833 ਦੇ ਪਾਸ ਹੋਣ ਦੇ ਦੋ ਮੁੱਖ ਕਾਰਨ ਸਨ। ਪਹਿਲਾ ਕਾਰਨ ਇਹ ਸੀ ਕਿ ਬ੍ਰਿਟੇਨ ਦੇ ਵਿੱਚ ਉਦਯੋਗਿਕ ਕ੍ਰਾਂਤੀ ਦੇ ਕਾਰਨ ਉਤਪਾਦਨ ਬਹੁਤ ਜ਼ਿਆਦਾ ਹੋ ਗਿਆ ਸੀ, ਉਹਦੀ ਵਿਕਰੀ ਦੇ ਲਈ ਇੱਕ ਵੱਡੇ ਬਾਜ਼ਾਰ ਦੀ ਲੋੜ ਸੀ। ਅਤੇ ਦੂਸਰਾ, ਜਿਹੜੇ ਇੰਡਸਟਰੀਅਲ ਡਿਵੈਲਪਮੈਂਟ ਜਿਹੜੀ ਹੋਈ, ਇੰਡਸਟਰੀ ਬਹੁਤ ਜ਼ਿਆਦਾ ਲੱਗ ਗਈ ਸੀ ਬ੍ਰਿਟੇਨ ਦੇ ਵਿੱਚ, ਉਹਨਾਂ ਉਦਯੋਗਾਂ ਦੇ ਲਈ ਕੱਚੇ ਮਾਲ ਦੀ ਮੰਗ ਨੂੰ ਪੂਰਾ ਕਰਨਾ ਸੀ। ਇਹਨਾਂ ਦੋਹਾਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਇਹ ਐਕਟ ਪਾਸ ਕੀਤਾ ਗਿਆ ਸੀ, 1833 ਦਾ ਚਾਰਟਰ ਐਕਟ। ਠੀਕ ਹੈ ਜੀ, ਇੱਕ ਤਾਂ ਉਦਯੋਗਾਂ ਦੇ ਲਈ ਜਿਹੜਾ ਤਿਆਰ ਮਾਲ ਆ ਉਹਦੇ ਲਈ ਇੱਕ ਮੰਡੀ ਦੀ ਬਾਜ਼ਾਰ ਦੀ ਲੋੜ ਸੀਗੀ, ਅਤੇ ਦੂਸਰਾ ਕੱਚੇ ਮਾਲ ਦੀ ਵੀ ਲੋੜ ਸੀਗੀ। 1833 ਦਾ ਜਿਹੜਾ ਚਾਰਟਰ ਐਕਟ ਹੈ ਇਸ ਨੂੰ ਸੈਂਟ ਹੈਲੀਨਾ ਐਕਟ ਵੀ ਕਿਹਾ ਜਾਂਦਾ ਹੈ, ਧਿਆਨ ਰੱਖਣਾ, ਸੈਂਟ ਹੈਲੀਨਾ ਐਕਟ, ਇਹ ਵੀ ਇੰਪੋਰਟੈਂਟ ਹੈ, ਐਗਜ਼ਾਮ 'ਚ ਪੁੱਛਿਆ ਗਿਆ ਵੀ। ਹਾਂਜੀ, ਇਸ ਐਕਟ ਦੇ ਮਹੱਤਵਪੂਰਨ ਜਿਹੜੀਆਂ ਵਿਸ਼ੇਸ਼ਤਾਵਾਂ, ਸਭ ਤੋਂ ਪਹਿਲਾਂ ਇਸ ਐਕਟ ਨੇ ਚੀਨ ਦੇ ਵਿੱਚ ਚਾਹ ਦੇ ਵਪਾਰ ਤੇ ਕੰਪਨੀ ਦਾ ਇੱਕ ਅਧਿਕਾਰ ਸਮਾਪਤ ਕਰ ਦਿੱਤਾ। ਹਾਂਜੀ, ਜਿਹੜਾ 1813 ਦਾ ਚਾਰਟਰ ਐਕਟ ਸੀ ਉਹਦੇ ਵਿੱਚ ਭਾਰਤ ਦੇ ਵਿੱਚ ਮੋਨੋਪੋਲੀ ਸੀ, ਉਹ ਸਮਾਪਤ ਹੋ ਗਈ ਸੀ, ਪਰ ਕੰਪਨੀ ਦੀ ਹਾਲੇ ਵੀ ਚੀਨ ਦੇ ਉੱਪਰ ਮੋਨੋਪੋਲੀ ਖਾਸ ਤੌਰ 'ਤੇ ਚਾਹ ਦੇ ਵਪਾਰ 'ਤੇ ਰਹੀ, ਅਤੇ ਇਸ ਨੂੰ ਵੀ 1833 ਦੇ ਚਾਰਟਰ ਐਕਟ ਦੇ ਵਿੱਚ ਖਤਮ ਕਰ ਦਿੱਤਾ ਗਿਆ। ਹਾਂਜੀ, ਜਿਹੜੀ ਭਾਰਤੀ ਖੇਤਰਾਂ ਦੇ ਉੱਤੇ ਰਾਜਸਵ ਉੱਤੇ ਕੰਪਨੀ ਦਾ ਜਿਹੜਾ ਅਧਿਕਾਰ ਆ ਉਹ 20 ਸਾਲਾਂ ਦੇ ਲਈ ਵਧਾ ਦਿੱਤਾ ਗਿਆ। ਠੀਕ ਹੈ ਜੀ, 1813 ਦੇ ਵਿੱਚ ਕੰਪਨੀ ਦਾ ਜਿਹੜਾ ਹੈ ਵਪਾਰ ਹੈ ਉਹਦਾ ਇੱਕ ਅਧਿਕਾਰ ਸਮਾਪਤ ਕਰ ਦਿੱਤਾ ਸੀ, ਪਰ ਰਾਜਸਵ 20 ਸਾਲਾਂ ਲਈ ਵਧਾ ਦਿੱਤਾ ਗਿਆ ਸੀ। ਉਸੇ ਤਰ੍ਹਾਂ 1833 ਦੇ ਵਿੱਚ ਵੀ ਕੰਪਨੀ ਦਾ ਚੀਨ ਤੇ ਜਿਹੜਾ ਇੱਕ ਅਧਿਕਾਰ ਸੀ ਵਪਾਰ 'ਤੇ ਉਹ ਸਮਾਪਤ ਕਰ ਦਿੱਤਾ ਗਿਆ, ਪਰ ਭਾਰਤ ਵਿੱਚ ਰਾਜਸਵ 'ਤੇ 20 ਸਾਲਾਂ ਦੇ ਲਈ ਇਸ ਨੂੰ ਹੋਰ ਵਧਾ ਦਿੱਤਾ ਗਿਆ। ਇਸ ਐਕਟ ਦੇ ਵਿੱਚ ਇਹ ਉਪਬੰਧ ਕੀਤਾ ਗਿਆ ਕਿ ਭਾਰਤੀ ਖੇਤਰਾਂ ਦਾ ਜਿਹੜਾ ਪ੍ਰਸ਼ਾਸਨ ਹੈ ਹੁਣ ਬ੍ਰਿਟਿਸ਼ ਰਾਜੇ ਦੇ ਨਾਂ 'ਤੇ ਹੀ ਕੀਤਾ ਜਾਵੇਗਾ। ਠੀਕ ਹੈ ਜੀ, ਅੱਗੇ ਕੰਪਨੀ ਆਪਣੇ ਨਾਂ 'ਤੇ ਹੀ ਭਾਰਤੀ ਖੇਤਰਾਂ 'ਤੇ ਪ੍ਰਸ਼ਾਸਨ ਕਰਦੀ ਸੀ, ਪਰ ਇਸ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਕੀਤੀ ਗਈ ਕਿ ਹੁਣ ਬ੍ਰਿਟਿਸ਼ ਰਾਜੇ ਦੇ ਨਾਂ 'ਤੇ ਹੀ ਜਿਹੜਾ ਹੈ ਉਹ ਸ਼ਾਸਨ ਕੀਤਾ ਜਾਏਗਾ। ਇਸ ਐਕਟ ਦੇ ਤਹਿਤ
ਬੰਗਾਲ ਦਾ ਜਿਹੜਾ ਗਵਰਨਰ ਜਨਰਲ ਸੀ ਹੁਣ ਉਸ ਨੂੰ ਭਾਰਤ ਦਾ ਗਵਰਨਰ ਜਨਰਲ ਕਿਹਾ ਜਾਣ ਲੱਗਿਆ। ਠੀਕ ਹੈ ਜੀ, ਉਹਦੇ ਦਾ ਨਾਮ ਬਦਲ ਗਿਆ ਜੀ, ਪਹਿਲਾਂ ਗਵਰਨਰ ਜਨਰਲ ਸੀ। ਠੀਕ ਹੈ ਜੀ, 1828 ਤੱਕ 1833 ਦੇ ਚਾਰਟਰ ਐਕਟ ਤੋਂ ਪਹਿਲਾਂ ਬਾਅਦ ਵਿੱਚ ਇਸ ਦਾ ਗਵਰਨਰ ਜਨਰਲ ਇਸ ਅਹੁਦੇ ਦਾ ਨਾਮ ਬਣ ਗਿਆ, ਪਹਿਲਾਂ ਬੰਗਾਲ ਦਾ ਸੀ, ਹੁਣ ਇਹ ਭਾਰਤ ਦਾ ਬਣ ਗਿਆ। ਠੀਕ ਹੈ ਜੀ, ਇੰਝ ਰੱਖਣਾ। ਲਾਰਡ ਵਿਲੀਅਮ ਬੈਂਟਿੰਗ ਭਾਰਤ ਦਾ ਪਹਿਲਾ ਗਵਰਨਰ ਜਨਰਲ ਬਣਿਆ, ਇਹ ਵੀ ਬਹੁਤ ਇੰਪੋਰਟੈਂਟ ਐਗਜ਼ਾਮ 'ਚ ਪੁੱਛਿਆ ਗਿਆ ਜੀ, ਇਹ ਦੋਨੋਂ ਸਵਾਲ ਪੁੱਛੇ ਗਏ, ਇਹ ਇੰਝ ਰੱਖਣਾ ਜੀ। ਹਾਂਜੀ, ਇਸ ਐਕਟ ਦੇ ਤਹਿਤ ਬੰਗਾਲ ਦੇ ਨਾਲ ਬੰਦਰਾਸ, ਬੰਬਈ ਅਤੇ ਹੋਰ ਕਬਜ਼ੇ ਵਾਲੇ ਭਾਰਤੀ ਇਲਾਕੇ, ਠੀਕ ਹੈ ਜੀ, ਇਹ ਸਾਰੇ ਭਾਰਤ ਦੇ ਗਵਰਨਰ ਜਨਰਲ ਦੇ ਕੰਟਰੋਲ ਅਧੀਨ ਆ ਗਏ। ਠੀਕ ਹੈ ਜੀ, ਧਿਆਨ ਰੱਖਣਾ ਹੈ ਜਿਹੜਾ 1833 ਦਾ ਚਾਰਟਰ ਐਕਟ ਹੈ, ਇਹਦੇ ਤਹਿਤ ਜਿਹੜਾ ਹੁਣ ਭਾਰਤ ਦਾ ਜਿਹੜਾ ਗਵਰਨਰ ਜਨਰਲ ਹੈ ਉਹ ਇਕੱਲੇ ਬੰਗਾਲ 'ਤੇ ਹੀ ਉਹਦਾ ਅਧਿਕਾਰ ਨਹੀਂ ਰਿਹਾ, ਬੰਬਈ, ਮਦਰਾਸ ਅਤੇ ਜਿੰਨੇ ਵੀ ਖੇਤਰ ਜਿਨ੍ਹਾਂ ਦੇ ਬ੍ਰਿਟਿਸ਼ ਸ਼ਾਸਨ ਦਾ ਕਬਜ਼ਾ ਸੀ ਉਹਨਾਂ 'ਤੇ ਕੰਟਰੋਲ ਹੈ ਜਿਹੜਾ ਹੁਣ ਭਾਰਤ ਦੇ ਗਵਰਨਰ ਜਨਰਲ ਦਾ ਹੋ ਗਿਆ। ਹਾਂਜੀ, ਭਾਰਤੀ ਖੇਤਰ ਸੀਗੇ ਉਹ 'ਤੇ ਸ਼ਾਸਨ ਕਰਨ ਦੇ ਲਈ ਸਾਰੀਆਂ ਫੌਜੀ, ਨਿਆਇਕ ਅਤੇ ਸਿਵਲ ਸ਼ਕਤੀਆਂ ਭਾਰਤ ਦੇ ਗਵਰਨਰ ਜਨਰਲ ਨੂੰ ਸੌਂਪ ਦਿੱਤੀਆਂ ਗਈਆਂ। ਠੀਕ ਹੈ, ਧਿਆਨ ਰੱਖਣਾ ਹੈ। ਠੀਕ ਹੈ, ਫੌਜੀ, ਸੈਨਿਕ ਸ਼ਕਤੀਆਂ, ਨਿਆਇਕ, ਜੁਡੀਸ਼ੀਅਲ ਪਾਵਰਸ ਅਤੇ ਸਿਵਲ ਪਾਵਰਸ, ਤਿੰਨੇ ਪ੍ਰਕਾਰ ਦੀਆਂ ਸ਼ਕਤੀਆਂ ਜਿਹੜੀਆਂ ਉਹ ਭਾਰਤ ਦੇ ਗਵਰਨਰ ਜਨਰਲ ਦੇ ਕੋਲ ਆ ਗਈਆਂ। ਹਾਂਜੀ, ਇਸ ਐਕਟ ਦੇ ਅਨੁਸਾਰ ਮਦਰਾਸ ਅਤੇ ਬੰਬੇ ਪ੍ਰੈਜ਼ੀਡੈਂਸੀ ਦੇ ਗਵਰਨਰਾਂ ਦੀਆਂ ਵਿਧਾਇਕ ਸ਼ਕਤੀਆਂ ਨੂੰ ਖਤਮ ਕਰ ਦਿੱਤਾ ਗਿਆ। ਧਿਆਨ ਦੇਣਾ ਇੰਪੋਰਟੈਂਟ ਹੈ। ਜਿਹੜੀਆਂ ਵਿਧਾਨਕ ਸ਼ਕਤੀਆਂ ਦਾ ਮਤਲਬ ਇਹ ਹੈ ਵੀ ਪਹਿਲਾਂ ਬੰਬੇ ਅਤੇ ਮਦਰਾਸ ਦੇ ਜਿਹੜੇ ਗਵਰਨਰ ਹੈ ਉਹ ਆਪਣੇ ਪ੍ਰਦੇਸ਼ਾਂ ਦੇ ਲਈ ਕਾਨੂੰਨ ਖੁਦ ਬਣਾਉਂਦੇ ਸੀ, ਪਰ ਉਹਨਾਂ ਦੀਆਂ ਇਹ ਸ਼ਕਤੀਆਂ ਨੂੰ ਹੁਣ ਖਤਮ ਕਰ ਦਿੱਤਾ ਗਿਆ ਅਤੇ ਇਹ ਜਿਹੜੀਆਂ ਸ਼ਕਤੀਆਂ ਹੁਣ ਭਾਰਤ ਦੇ ਗਵਰਨਰ ਜਨਰਲ ਦੇ ਕੋਲ ਚਲੀਆਂ ਗਈਆਂ। ਹੁਣ ਭਾਰਤ ਦਾ ਗਵਰਨਰ ਜਨਰਲ ਉਹ ਬੰਬੇ ਅਤੇ ਮਦਰਾਸ ਦੇ ਲਈ ਵੀ ਕਾਨੂੰਨ ਬਣਾਉਂਦਾ ਸੀ। ਹਾਂਜੀ, ਇਸ ਐਕਟ ਦੇ ਅਨੁਸਾਰ ਭਾਰਤ ਵਿੱਚ ਸਿਰਫ ਗਵਰਨਰ ਜਨਰਲ ਕੌਂਸਲ ਹੀ ਕਾਨੂੰਨ ਬਣਾ ਸਕੇਗੀ। ਠੀਕ ਹੈ, ਧਿਆਨ ਰੱਖਣਾ ਹੈ। ਬੰਬੇ ਜਾਂ ਮਦਰਾਸ ਦੇ ਗਵਰਨਰ ਹੈ ਉਹ ਹੁਣ ਕਾਨੂੰਨ ਨਹੀਂ ਬਣਾ ਸਕਣਗੇ। ਇਸ ਐਕਟ ਦੇ ਅਧੀਨ ਸਾਰੇ ਟੈਕਸ ਜਿਹੜੇ ਗਵਰਨਰ ਜਨਰਲ ਦੀ ਆਗਿਆ ਨਾਲ ਹੀ ਲਗਾਏ ਜਾਣਗੇ ਅਤੇ ਉਹਨਾਂ ਦਾ ਖਰਚਾ ਵੀ ਗਵਰਨਰ ਜਨਰਲ ਦੀ ਮਰਜ਼ੀ ਨਾਲ ਹੋਵੇਗਾ। ਠੀਕ ਹੈ ਜੀ, ਕਿਉਂਕਿ ਇਸ ਐਕਟ ਦੇ ਵਿੱਚ ਗਵਰਨਰ ਜਨਰਲ ਦੀਆਂ ਪਾਵਰਾਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ। ਹੁਣ ਉਹ ਗਵਰਨਰ ਜਨਰਲ ਬੰਗਾਲ ਦਾ ਗਵਰਨਰ ਜਨਰਲ ਨਾ ਰਹਿ ਕੇ ਪੂਰੇ ਭਾਰਤ ਦਾ ਗਵਰਨਰ ਜਨਰਲ ਹੋ ਗਿਆ। ਠੀਕ ਹੈ ਜੀ। ਹਾਂਜੀ, ਚਾਰਟਰ ਐਕਟ 1833 ਦੇ ਅਨੁਸਾਰ ਭਾਰਤ ਦੇ ਵਿੱਚ ਬ੍ਰਿਟਿਸ਼ ਸਰਕਾਰ ਨੂੰ ਵਿੱਤੀ, ਵਿਧਾਨਿਕ ਅਤੇ ਪ੍ਰਸ਼ਾਸਨਿਕ ਤੌਰ 'ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਹਿਣ ਦਾ ਮਤਲਬ ਹੈ ਵੀ ਭਾਰਤ ਦੇ ਵਿੱਚ ਜਿਹੜੀਆਂ ਫਾਈਨੈਂਸ਼ੀਅਲ, ਲੈਜਿਸਲੇਟਿਵ ਅਤੇ ਐਡਮਿਨਿਸਟ੍ਰੇਟਿਵ ਜਿਹੜੀਆਂ ਪਾਵਰਸ ਹੈ ਉਹ ਪੂਰੀਆਂ ਜਿਹੜੀਆਂ ਹੈਗੀਆਂ ਇੰਗਲੈਂਡ ਦੇ ਰਾਜੇ ਦੇ ਹੱਥ ਦੇ ਵਿੱਚ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਐਕਟ ਦੇ ਅਧੀਨ ਬਿਨਾਂ ਇਜਾਜ਼ਤ ਅੰਗਰੇਜ਼ਾਂ ਦੇ ਭਾਰਤ ਆਉਣ, ਰਹਿਣ ਅਤੇ ਜ਼ਮੀਨ ਖਰੀਦਣ ਦੇ ਪ੍ਰਬੰਧ ਵੀ ਕੀਤੇ ਗਏ। ਪਹਿਲਾਂ ਕੀ ਸੀਗਾ, 1813 ਦਾ ਚਾਰਟਰ ਐਕਟ ਸੀ, ਉਹਦੇ ਵਿੱਚ ਅੰਗਰੇਜ਼ ਜਿਹੜੇ ਉਹ ਵਪਾਰ ਕਰਨ ਆਉਂਦੇ ਸੀ ਤਾਂ ਉਹਨਾਂ ਨੂੰ ਲਾਇਸੈਂਸ ਜ਼ਰੂਰੀ ਸੀਗਾ। ਠੀਕ ਹੈ ਜੀ, ਭਾਰਤ ਵਿੱਚ ਰਹਿਣਾ ਤਾਂ ਵੀ ਮਨਜ਼ੂਰੀ ਲੈਣੀ ਪੈਂਦੀ ਸੀ, ਪਰ ਇਹਦੇ ਵਿੱਚ ਇਸ ਐਕਟ ਦੇ ਵਿੱਚ ਬਿਨਾਂ ਮਨਜ਼ੂਰੀ ਤੋਂ, ਬਿਨਾਂ ਇਜਾਜ਼ਤ ਤੋਂ ਅੰਗਰੇਜ਼ ਭਾਰਤ ਆਉਣ, ਰਹਿਣ ਅਤੇ ਜ਼ਮੀਨ ਖਰੀਦਣ ਦਾ ਵੀ ਜਿਹੜਾ ਹੈ ਉਹ ਪ੍ਰੋਵੀਜ਼ਨ ਕੀਤੀ ਗਈ। ਹਾਂਜੀ, ਗਵਰਨਰ ਜਨਰਲ ਦੀ ਕੌਂਸਲ ਹੈ ਜਿਹੜੀ ਉਹਦੀ ਗਿਣਤੀ ਸੀ ਜਿਹੜੀ 4 ਸੀਗੀ। ਠੀਕ ਹੈ ਜੀ, ਇਹ ਸਲਾਹਕਾਰੀ ਇੱਕ ਕੌਂਸਲ ਹੈ ਜਿਹੜੀ ਗਵਰਨਰ ਜਨਰਲ ਨੂੰ ਸਲਾਹ ਦਿੰਦੀ ਸੀ ਅਤੇ ਪਿਟਸ ਇੰਡੀਆ ਐਕਟ ਜਿਹੜਾ 1784 ਦਾ ਸੀ ਉਹਦੇ ਵਿੱਚ ਇਹਨਾਂ 4 ਮੈਂਬਰਾਂ ਦੀ ਘਟਾ ਕੇ 3 ਗਿਣਤੀ ਕਰ ਦਿੱਤੀ ਗਈ ਸੀ, ਪਰ ਜਿਹੜਾ 1833 ਦਾ ਚਾਰਟਰ ਐਕਟ ਇਹਦੇ ਵਿੱਚ ਫੇਰ ਗਿਣਤੀ 4 ਕਰ ਦਿੱਤੀ ਗਈ ਅਤੇ ਜਿਹੜਾ ਚੌਥਾ ਮੈਂਬਰ ਸੀਗਾ ਉਹ ਲਾ ਸਪੈਸ਼ਲਿਸਟ ਦੇ ਵਜੋਂ ਉਸ ਨੂੰ ਇਸ ਕੌਂਸਲ ਦੇ ਵਿੱਚ ਸ਼ਾਮਲ ਕੀਤਾ ਗਿਆ। ਧਿਆਨ ਰੱਖਣਾ ਜੀ। ਠੀਕ ਹੈ ਜੀ, ਚੌਥਾ ਮੈਂਬਰ ਆ ਉਹ ਲਾ ਸਪੈਸ਼ਲਿਸਟ ਸੀਗਾ, ਕਾਨੂੰਨ ਦੇ ਵਿੱਚ ਮਹਾਰਤ ਹਾਸਲ ਕਰਨ ਵਾਲਾ, ਅਤੇ ਪਹਿਲਾ ਜਿਹੜਾ ਮੈਂਬਰ ਬਣਿਆ ਸੀਗਾ ਉਹ ਸੀ ਲਾਰਡ ਮੈਕਾਲੇ। ਠੀਕ ਹੈ, ਜਿਹੜਾ ਲਾ ਸਪੈਸ਼ਲਿਸਟ ਸੀਗਾ। ਹਾਂਜੀ, ਭਾਰਤੀ ਕਾਨੂੰਨ ਨੂੰ ਚਲਾਉਣ ਦੇ ਲਈ, ਉਹਨੂੰ ਸਹਾਇਤਾਬੰਦ ਕਰਨ ਦੇ ਲਈ ਅਤੇ ਕਾਨੂੰਨਾਂ ਵਿੱਚ ਸੁਧਾਰ ਕਰਨ ਦੀ ਭਾਵਨਾ ਦੇ ਨਾਲ ਇੱਕ ਕਾਨੂੰਨ ਕਮਿਸ਼ਨ ਦਾ ਗਠਨ ਕੀਤਾ ਗਿਆ ਲਾਰਡ ਮੈਕਾਲੇ ਦੀ ਅਗਵਾਈ ਦੇ ਅਧੀਨ। ਠੀਕ ਹੈ, ਧਿਆਨ ਰੱਖਣਾ ਹੈ, ਤਾਂ ਇਸ ਨੂੰ ਪਹਿਲਾ ਲਾ ਸਪੈਸ਼ਲਿਸਟ ਵੀ ਕਹਿੰਦੇ ਆਪਾਂ। ਕਿਸੇ ਵੀ ਭਾਰਤੀ ਨੂੰ ਧਰਮ, ਨਸਲ, ਰੰਗ ਅਤੇ ਜਨਮ ਆਦਿ ਦੇ ਆਧਾਰ 'ਤੇ ਕੰਪਨੀ ਵਿੱਚ ਅਹੁਦੇ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ, ਉਸ ਅਹੁਦੇ ਤੋਂ ਜਿਸ ਨੂੰ ਉਹ ਪ੍ਰਾਪਤ ਕਰਨ ਦਾ ਹੱਕਦਾਰ ਸੀ ਆਪਣੀ ਯੋਗਤਾ ਦੇ ਆਧਾਰ 'ਤੇ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ ਵੀ। ਪਰ ਬਾਅਦ ਦੇ ਵਿੱਚ ਕੋਰਟ ਆਫ ਡਾਇਰੈਕਟਰਸ ਦੇ ਵਿਰੋਧ ਤੋਂ ਬਾਅਦ ਇਸ ਵਿਵਸਥਾ ਨੂੰ ਖਤਮ ਕਰ ਦਿੱਤਾ ਗਿਆ। ਠੀਕ ਹੈ ਜੀ, ਕਹਿਣ ਦਾ ਮਤਲਬ ਹੈ ਵੀ ਰੰਗ, ਰੂਪ, ਜਾਤ ਇਹ ਸਾਰੇ ਜਿਹੜੇ ਧਰਮ ਹੈ ਇਹ ਜਿਹੜੇ ਹੁਣ ਨੌਕਰੀਆਂ ਲੈਣ ਦੇ ਵਿੱਚ ਬਾਅਦ ਵਿੱਚ ਫਿਰ ਉਹੀ ਜਿਹੜੀ ਸਥਿਤੀ ਪੈਦਾ ਕਰ ਦਿੱਤੀ ਗਈ। ਹਾਂਜੀ, ਇਸ ਐਕਟ ਦੇ ਤਹਿਤ ਭਾਰਤ ਦੇ ਵਿੱਚ ਦਾਸ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ ਅਤੇ 1843 ਦੇ ਵਿੱਚ ਲਾਰਡ ਐਲਨਬਰੋ ਦੇ ਸਮੇਂ ਦਾਸ ਪ੍ਰਥਾ ਖਤਮ ਕਰਨ ਦਾ ਜਿਹੜਾ ਐਕਟ ਹੈ ਜਿਹੜਾ ਉਹ ਪੇਸ਼ ਕੀਤਾ ਗਿਆ। ਬਹੁਤ ਹੀ ਇੰਪੋਰਟੈਂਟ ਹੈ। ਠੀਕ ਹੈ, 2 ਸਵਾਲ ਬੰਦੇ ਇਹਦੇ ਵਿੱਚੋਂ ਧਿਆਨ ਰੱਖਣਾ ਹੈ। ਪੁੱਛ ਲੈਣ ਕਿਹੜੇ ਐਕਟ ਦੇ ਤਹਿਤ, ਤਾਂ 1833 ਦਾ ਚਾਰਟਰ ਐਕਟ। ਜੇ ਪੁੱਛ ਲੈਣ ਕਿਸ ਜਿਹੜਾ ਹੈ ਗਵਰਨਰ ਜਨਰਲ ਨੇ ਇਸ ਨੂੰ ਖਤਮ ਕੀਤਾ ਸੀ ਦਾਸ ਪ੍ਰਥਾ ਨੂੰ, ਤਾਂ ਇਹ ਲਾਰਡ ਐਲਨ ਬਰੋ। ਕਦੋਂ ਕੀਤਾ ਸੀ? 1843 ਦੇ ਵਿੱਚ। ਠੀਕ ਹੈ, ਧਿਆਨ ਰੱਖਣਾ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਸ ਐਕਟ ਨੇ ਭਾਰਤੀ ਸੂਬਿਆਂ ਨੂੰ ਉਹਨਾਂ ਦੀ ਵਿਧਾਨਿਕ ਸ਼ਕਤੀਆਂ ਤੋਂ ਵਾਂਝਾ ਕੀਤਾ ਸੀ? ਹਾਂਜੀ, ਭਾਰਤੀ ਸੂਬੇ ਜਿਹੜੇ ਸੀਗੇ ਬੰਬੇ ਅਤੇ ਮਦਰਾਸ, ਪਹਿਲਾਂ ਉਹ ਖੁਦ ਕਾਨੂੰਨ ਬਣਾਉਂਦੇ ਸੀ ਉੱਥੋਂ ਦੇ ਗਵਰਨਰ, ਅਤੇ ਉਹਨਾਂ ਦੀਆਂ ਵਿਧਾਨਿਕ ਸ਼ਕਤੀਆਂ ਉਹਨਾਂ ਤੋਂ ਖੋਹ ਲਈਆਂ ਗਈਆਂ ਅਤੇ ਭਾਰਤ ਦਾ ਜਿਹੜਾ ਗਵਰਨਰ ਜਨਰਲ ਹੁਣ ਇਹਨਾਂ ਸੂਬਿਆਂ ਦੇ ਲਈ ਵੀ ਕਾਨੂੰਨ ਬਣਾਏਗਾ। ਇਹ ਸੀ 1833 ਦਾ ਚਾਰਟਰ ਐਕਟ। ਭਾਰਤ ਦੇ ਕਾਨੂੰਨ ਕਮਿਸ਼ਨ ਦੀ ਜਿਹੜੀ ਪ੍ਰਧਾਨਗੀ ਹੈ ਉਹ ਕਿਸਨੇ ਕੀਤੀ ਸੀ? ਲਾਰਡ ਮੈਕਾਲੇ ਨੇ ਕੀਤੀ ਸੀ। ਠੀਕ ਹੈ ਜੀ, ਧਿਆਨ ਰੱਖਣਾ ਹੈ। ਹੂ ਵਾਸ ਦੀ ਫਸਟ ਗਵਰਨਰ ਜਨਰਲ ਆਫ ਇੰਡੀਆ। ਗੱਲ ਹੋ ਰਹੀ ਹੈ ਭਾਰਤ ਦੇ ਪਹਿਲੇ ਗਵਰਨਰ ਜਨਰਲ ਦੀ। ਠੀਕ ਹੈ ਜੀ, ਭਾਰਤ ਦਾ ਜਿਹੜਾ ਪਹਿਲਾ ਗਵਰਨਰ ਜਨਰਲ ਸੀ ਉਹ ਸੀ ਲਾਰਡ ਵਿਲੀਅਮ ਬੈਂਟਿੰਗ, ਅਤੇ ਬੰਗਾਲ ਦਾ ਇਹ ਅੰਤਿਮ ਗਵਰਨਰ ਜਨਰਲ ਵੀ ਸੀ, ਇਹ ਵੀ ਧਿਆਨ 'ਚ ਰੱਖ ਲੈਣਾ। ਪਹਿਲੇ ਕਾਨੂੰਨੀ ਮਾਹਰ ਦੀ ਨਿਯੁਕਤੀ ਕੀਤੀ ਗਈ ਸੀ, ਉਹਦਾ ਨਾਂ ਸੀ ਲਾਰਡ ਮੈਕਾਲੇ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। ਬੰਗਾਲ ਦਾ ਗਵਰਨਰ ਜਨਰਲ ਭਾਰਤ ਦਾ ਗਵਰਨਰ ਜਨਰਲ ਬਣਿਆ, ਦੱਸਣਾ ਕਿਹੜੇ ਚਾਰਟਰ ਐਕਟ ਦੇ ਵਿੱਚ ਬਣਿਆ ਸੀਗਾ? ਪਹਿਲਾਂ ਬੰਗਾਲ ਦਾ ਸੀਗਾ ਅਤੇ ਹੁਣ ਉਸ ਤੋਂ ਬਾਅਦ ਉਹ ਭਾਰਤ ਦਾ ਕਿਹਾ ਜਾਣ ਲੱਗ ਪਿਆ 1833 ਦੇ ਚਾਰਟਰ ਐਕਟ ਦੇ ਵਿੱਚ। ਭਾਰਤ ਵਿੱਚ ਦਾਸ ਪ੍ਰਥਾ ਨੂੰ ਖਤਮ ਕਰਨ ਲਈ ਗੈਰ ਕਾਨੂੰਨੀ ਕਦੋਂ ਮੰਨਿਆ ਗਿਆ? 1843 ਦੇ ਵਿੱਚ। ਠੀਕ ਹੈ, ਦਾਸ ਪ੍ਰਥਾ ਨੂੰ ਖਤਮ ਕਰਨ ਦਾ ਇਹ ਕਾਨੂੰਨ ਬਣ ਗਿਆ ਸੀ, ਲਾਰਡ ਐਲਨਬਰੋ ਨੇ ਬਣਾਇਆ ਸੀਗਾ। ਕਿਸ ਐਕਟ ਦੇ ਤਹਿਤ ਚੀਨ ਨਾਲ ਵਪਾਰ ਅਤੇ ਚਾਹ ਦੇ ਵਪਾਰ 'ਤੇ ਕੰਪਨੀ ਦਾ ਏਕਾਧਿਕਾਰ ਖਤਮ ਕਰ ਦਿੱਤਾ ਗਿਆ ਅਤੇ ਕੰਪਨੀ ਜਿਹੜਾ ਹੈ ਉਹਦਾ ਪੂਰਾ ਏਕਾਧਿਕਾਰ ਵਪਾਰ 'ਤੇ ਖਤਮ ਹੋ ਗਿਆ ਸੀਗਾ? ਠੀਕ ਹੈ ਜੀ, ਉਹ 1833 ਦਾ ਚਾਰਟਰ ਐਕਟ ਸੀਗਾ।
ਭਾਰਤ ਦੇ ਗਵਰਨਰ ਜਨਰਲ ਬਾਰੇ ਕਿਹੜੇ ਕਥਨ ਸਹੀ ਹੈ? ਹਾਂਜੀ, ਬੰਗਾਲ ਦਾ ਆਖਰੀ ਜਿਹੜਾ ਗਵਰਨਰ ਹੈ ਉਹ ਵਾਰਨ ਹੇਸਟਿੰਗ ਸੀਗਾ। ਠੀਕ ਹੈ ਜੀ, ਬਿਲਕੁਲ ਰਾਈਟ ਹੈ ਜੀ। ਹਾਂਜੀ, 1773 ਤੋਂ ਪਹਿਲਾਂ ਬੰਗਾਲ ਦੇ ਵਿੱਚ ਗਵਰਨਰ ਹੀ ਹੁੰਦੇ ਸੀਗੇ, ਉਹ ਵੀ ਠੀਕ ਹੈ। ਹਾਂਜੀ, ਪਹਿਲਾ ਗਵਰਨਰ ਜਨਰਲ ਵਾਰਨ ਹੇਸਟਿੰਗ ਬਣਿਆ, ਇਹ ਵੀ ਬਿਲਕੁਲ ਠੀਕ ਹੈ। ਠੀਕ ਹੈ, ਪਹਿਲਾਂ ਗਵਰਨਰ ਹੁੰਦਾ ਸੀ, ਫਿਰ ਗਵਰਨਰ ਜਨਰਲ ਬਣ ਗਿਆ ਸੀ। ਆਖਰੀ ਗਵਰਨਰ ਜਨਰਲ ਹੈ ਉਹ ਵਿਲੀਅਮ ਬੈਂਟਿੰਗ ਸੀਗਾ, ਇਹ ਵੀ ਬਿਲਕੁਲ ਸਹੀ ਹੈ। ਤੇ ਪਹਿਲਾ ਗਵਰਨਰ ਜਨਰਲ ਭਾਰਤ ਦਾ ਉਹ ਵੀ ਵਿਲੀਅਮ ਬੈਂਟਿੰਗ ਹੈ, ਇਹ ਬੰਗਾਲ ਦਾ ਸੀਗਾ। ਬੰਗਾਲ ਦਾ ਆਖਰੀ ਗਵਰਨਰ ਜਨਰਲ ਵਿਲੀਅਮ ਬੈਂਟਿੰਗ ਸੀ। ਇਹਨਾਂ ਦੋਵਾਂ ਨੂੰ ਇਸ ਤਰੀਕੇ ਨਾਲ ਪੜ੍ਹਿਆ ਜਾ ਸਕਦਾ ਹੈ। ਬੰਗਾਲ ਦਾ ਜਿਹੜਾ ਪਹਿਲਾ ਗਵਰਨਰ ਜਨਰਲ ਵਾਰਨ ਹੇਸਟਿੰਗ ਤੇ ਬੰਗਾਲ ਦਾ ਆਖਰੀ ਗਵਰਨਰ ਜਨਰਲ ਵਿਲੀਅਮ ਬੈਂਟਿੰਗ ਸੀਗਾ। ਠੀਕ ਹੈ ਜੀ, ਇਹਦਾ ਰਾਈਟ ਆਂਸਰ ਬਣੇਗਾ ਉਪਰੋਕਤ ਸਾਰੇ ਕਥਨ ਠੀਕ ਹਨ। ਹੇਠ ਵਿੱਚੋਂ ਕਿਸ ਐਕਟ ਨੇ ਭਾਰਤ ਦੇ ਵਿੱਚ ਕਾਨੂੰਨ ਕਮਿਸ਼ਨ ਦੀ ਸਥਾਪਨਾ ਕੀਤੀ ਸੀ? ਲਾਅ ਕਮਿਸ਼ਨ ਦੀ ਗੱਲ ਕਰ ਰਹੇ ਆ। ਠੀਕ ਹੈ, ਲਾਰਡ ਮੈਕਾਲੇ ਦੀ ਪ੍ਰਧਾਨਗੀ 'ਚ ਬਣਿਆ ਸੀਗਾ ਇਹ 1833 ਦੇ ਵਿੱਚ। ਹੇਠਾਂ ਦਿੱਤੇ ਕਾਨੂੰਨਾਂ ਦੇ ਵਿੱਚੋਂ ਕਿਸ ਨੇ ਭਾਰਤੀ ਪ੍ਰਸ਼ਾਸਨ ਦੇ ਵਿੱਚ ਭਾਰਤੀਆਂ ਦੀ ਭਾਗੀਦਾਰੀ ਦੀ ਨੀਂਹ ਰੱਖੀ ਸੀ? ਠੀਕ ਹੈ ਜੀ, ਗੱਲ ਹੋ ਰਹੀ ਹੈ ਭਾਰਤੀ ਪ੍ਰਸ਼ਾਸਨ ਦੇ ਵਿੱਚ ਵੀ ਬਿਨਾਂ ਰੰਗ ਜਾਤ ਭੇਦਭਾਵ ਦੇ ਵੀ ਭਾਰਤੀਆਂ ਨੂੰ ਉਹਨਾਂ ਦੇ ਜਿਹੜਾ ਹੈ ਯੋਗਤਾ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਏਗੀ। ਇਹ 1833 ਦਾ ਚਾਰਟਰ ਐਕਟ ਸੀਗਾ, ਚਾਹੇ ਕਿ ਬਾਅਦ ਵਿੱਚ ਇਸ ਨੂੰ ਵਾਪਸ ਲੈ ਲਿਆ ਗਿਆ। ਠੀਕ ਹੈ, ਪਰ ਨੀਂਹ ਰੱਖ ਦਿੱਤੀ ਸੀ ਇਸ ਐਕਟ ਨੇ। ਹਾਂਜੀ, ਚਾਰਟਰ ਐਕਟ 1833 ਦੇ ਸੰਬੰਧ ਦੇ ਵਿੱਚ ਲਿਖੇ ਕਿਹੜੇ ਉਪਬੰਧ ਸਨ ਇਹ ਦੱਸਣਾ ਹੈ। ਕਾਨੂੰਨ ਕਮਿਸ਼ਨ ਦੀ ਸਥਾਪਨਾ ਹੋਈ ਸੀ ਭਾਰਤ ਵਿੱਚ, ਬਿਲਕੁਲ ਸਹੀ ਹੈ ਜੀ, ਲਾਰਡ ਮੈਕਾਲੇ ਦੀ ਪ੍ਰਧਾਨਗੀ ਵਿੱਚ। ਗਵਰਨਰ ਜਨਰਲ ਦੀ ਕੌਂਸਲ ਦੇ ਵਿੱਚ ਇੱਕ ਕਾਨੂੰਨ ਮੈਂਬਰ ਸ਼ਾਮਲ ਕੀਤਾ ਗਿਆ, ਬਿਲਕੁਲ ਠੀਕ ਹੈ, ਚੌਥੇ ਮੈਂਬਰ ਦੇ ਤੌਰ 'ਤੇ ਇਸ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਪਹਿਲਾ ਮੈਂਬਰ ਲਾਰਡ ਮੈਕਾਲੇ ਬਣਿਆ ਸੀਗਾ। ਠੀਕ ਹੈ ਜੀ, ਜਿਹੜੀ ਕੌਂਸਲ ਸੀਗੀ ਗਵਰਨਰ ਜਨਰਲ ਦੀ ਉਹਦੇ ਵਿੱਚ 3 ਮੈਂਬਰ ਸੀ ਪਹਿਲਾਂ, ਉਹਨੂੰ ਵਧਾ ਕੇ 4 ਕਰ ਦਿੱਤੇ ਗਏ 1833 ਦੇ ਚਾਰਟਰ ਐਕਟ ਦੇ ਵਿੱਚ। ਭਾਰਤੀ ਪ੍ਰਾਂਤਾਂ ਨੂੰ ਉਹਨਾਂ ਦੀ ਵਿਧਾਨਿਕ ਸ਼ਕਤੀਆਂ ਤੋਂ ਵਾਂਝਾ ਕਰ ਦਿੱਤਾ ਗਿਆ, ਬਿਲਕੁਲ ਸਹੀ ਹੈ। ਬੰਬੇ ਦੇ ਮਦਰਾਸ ਹੁਣ ਉਹ ਕਾਨੂੰਨ ਨਹੀਂ ਬਣਾ ਸਕਣਗੇ। ਕੰਪਨੀ ਦੇ ਕਾਰੋਬਾਰ ਤੇ ਰਾਜਨੀਤਿਕ ਕਾਰਜਾਂ ਨੂੰ ਵੱਖਰਾ ਕਰ ਦਿੱਤਾ ਗਿਆ, ਇਹ ਵੀ ਬਿਲਕੁਲ ਰਾਈਟ ਹੈ ਜੀ। ਹਾਂਜੀ, ਭਾਰਤੀਆਂ ਨੂੰ ਭਾਰਤ ਵਿੱਚ ਭਾਗੀਦਾਰੀ ਦਿੱਤੀ ਗਈ ਤੇ ਪ੍ਰਸ਼ਾਸਨ ਪਹਿਲੀ ਵਾਰ, ਹਾਂਜੀ ਇਸ ਤਰ੍ਹਾਂ ਹੋਣਾ ਸੀ, ਇਹ ਥੋੜ੍ਹੀ ਜਿਹੀ ਮਿਸਟੇਕ ਹੈ ਇਹਦੇ ਵਿੱਚ ਈ ਪੁਆਇੰਟ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਪਹਿਲੀ ਵਾਰ ਭਾਰਤੀਆਂ ਨੂੰ ਭਾਗੀਦਾਰੀ ਦਿੱਤੀ ਗਈ, ਬਿਲਕੁਲ ਸਹੀ ਹੈ ਜੀ, ਦਿੱਤੀ ਗਈ ਸੀ ਬਿਨਾਂ ਰੰਗ ਜਾਤ ਭੇਦਭਾਵ ਦੇ। ਤੇ ਲਾਸਟ ਜਿਹੜਾ ਐਫ ਪੁਆਇੰਟ ਜਿਹੜਾ ਹੋਣਾ ਸੀ ਉਪਰੋਕਤ ਸਾਰੇ, ਹਾਂਜੀ ਬਿਲਕੁਲ ਸਹੀ ਹੈ, ਸਾਰੇ ਦੇ ਸਾਰੇ ਸਹੀ ਹੈ ਇਹ। ਠੀਕ ਹੈ ਜੀ, ਇਹ 1833 ਨਾਲ ਸੰਬੰਧਿਤ ਜਿਹੜੇ ਇੰਪੋਰਟੈਂਟ ਜਿਹੜੀਆਂ ਪ੍ਰੋਵੀਜ਼ਨ ਕੀਤੀਆਂ ਉਹ ਹੈ ਜੀ, ਧਿਆਨ 'ਚ ਰੱਖਣੀਆਂ ਸਾਰੀਆਂ। ਹਾਂਜੀ, 1833 ਦਾ ਜਿਹੜਾ ਐਕਟ ਹੈ ਉਹਦੇ ਸੰਬੰਧ ਦੇ ਵਿੱਚ ਇਹ ਲਿਖੋ ਵੀ ਕਿਹੜੇ ਪਾਬੰਦ ਕੀਤੇ ਗਏ ਹੈ। ਹਾਂਜੀ, ਬੰਗਾਲ ਦਾ ਜਿਹੜਾ ਗਵਰਨਰ ਜਨਰਲ ਹੈ ਉਹ ਭਾਰਤ ਦਾ ਗਵਰਨਰ ਜਨਰਲ ਬਣ ਗਿਆ, ਬਿਲਕੁਲ ਰਾਈਟ ਹੈ ਜੀ। ਇਹ ਗੁਲਾਮੀ ਪ੍ਰਥਾ ਖਤਮ ਕਰ ਦਿੱਤੀ ਗਈ, ਹਾਂਜੀ ਬਿਲਕੁਲ ਠੀਕ ਹੈ। 1843 ਦੇ ਵਿੱਚ ਇਹ ਐਕਟ ਲਿਆਂਦਾ ਗਿਆ ਸੀ, ਦਾਸ ਪ੍ਰਥਾ ਜਾਂ ਗੁਲਾਮੀ ਪ੍ਰਥਾ ਨੂੰ ਖਤਮ ਕਰਨ ਲਈ। ਉਸ ਸਮੇਂ ਦੇ ਭਾਰਤ ਦੇ ਗਵਰਨਰ ਜਨਰਲ ਲਾਰਡ ਐਲਨਬਰੋ ਨੇ। ਕੰਪਨੀ ਦਾ ਕਾਰੋਬਾਰ ਤੇ ਏਕਾਧਿਕਾਰ ਪੂਰੀ ਤਰ੍ਹਾਂ ਸਮਾਪਤ ਹੋ ਗਿਆ, ਬਿਲਕੁਲ ਸਹੀ ਹੈ ਜੀ। ਚੀਨ ਤੇ ਏਕਾਧਿਕਾਰ ਰਹਿ ਗਿਆ ਸੀ, ਖਾਸ ਤੌਰ ਤੇ ਚਾਹ ਦੇ ਵਪਾਰ ਤੇ ਉਹ ਵੀ ਖਤਮ ਕਰ ਦਿੱਤਾ ਗਿਆ। ਇਹਦਾ ਰਾਈਟ ਆਂਸਰ ਬਣੇਗਾ ਉਪਰੋਕਤ ਸਾਰੇ। ਹਾਂਜੀ, ਹੁਣ ਪੜਾਂਗੇ ਆਪਾਂ ਅੱਜ ਦਾ ਲਾਸਟ ਚਾਰਟਰ ਐਕਟ ਦੀ ਇਹ ਲਾਸਟ ਸੀਰੀਜ਼ ਦਾ ਲਾਸਟ ਜਿਹੜਾ ਹੈ ਐਕਟ ਹੈ 1853 ਦਾ ਜੀ। ਹਾਂਜੀ, ਬ੍ਰਿਟਿਸ਼ ਸਰਕਾਰ ਦੁਆਰਾ 1793 ਤੋਂ ਜਿਹੜੇ ਚਾਰਟਰ ਐਕਟ ਸ਼ੁਰੂ ਹੋਏ ਸੀਗੇ, ਜਿਹੜਿਆਂ ਦਾ ਟਾਈਮ ਪੀਰੀਅਡ 20 ਸਾਲ ਹੁੰਦਾ ਸੀ, 20 ਸਾਲ ਬਾਅਦ ਇਹ ਬਦਲਦੇ ਸੀ, ਜਿਵੇਂ 1793 ਦਾ, 1813 ਦਾ, 1833 ਦਾ ਤੇ 1853 ਦਾ। ਇਸ ਚਾਰਟਰ ਐਕਟ ਦਾ ਇਹ ਆਖਰੀ ਐਕਟ ਸੀਗਾ, ਧਿਆਨ 'ਚ ਰੱਖਣਾ ਜੀ। ਇਹ ਐਕਟ ਅਸਲ ਦੇ ਵਿੱਚ 1852 ਦੀ ਜਿਹੜੀ ਸਿਲੈਕਟ ਕਮੇਟੀ ਹੈ ਉਹਦੀ ਰਿਪੋਰਟ 'ਤੇ ਆਧਾਰਿਤ ਸੀ। ਠੀਕ ਹੈ ਜੀ, ਜਿਸ ਨੇ ਭਾਰਤੀ ਬ੍ਰਿਟਿਸ਼ ਸਰਕਾਰ ਵਿੱਚ ਸੂਬੇ ਪ੍ਰਤੀਨਿਧਤਾ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ ਤੇ ਇਸ ਐਕਟ ਨੇ ਸੰਵਿਧਾਨਿਕ ਵਿਕਾਸ ਦੇ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਠੀਕ ਹੈ ਜੀ, ਭਾਰਤੀ ਸੰਵਿਧਾਨ ਦੇ ਵਿਕਾਸ ਵਿੱਚ ਧਿਆਨ ਰੱਖਣਾ ਜੀ ਇਹ। ਹਾਂਜੀ, ਇਸ ਐਕਟ ਦੀਆਂ ਕੁਝ ਮਹੱਤਵਪੂਰਨ ਜਿਹੜੀਆਂ ਵਿਸ਼ੇਸ਼ਤਾਵਾਂ, ਹਾਂਜੀ ਜਿਹੜੀ ਕੰਪਨੀ ਹੈ ਉਹ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਹੈ ਉਹਦੀ ਇੱਛਾ ਦੇ ਨਾਲ, ਜਿੰਨਾ ਜ਼ਿਕਰ ਉਹਦੀ ਇੱਛਾ ਉਹਨਾਂ ਜ਼ਿਕਰ ਉਹ ਭਾਰਤੀ ਇਲਾਕਿਆਂ ਨੂੰ ਆਪਣੇ ਅਧੀਨ ਰੱਖਣ ਦੀ ਉਸ ਨੂੰ ਇਜਾਜ਼ਤ ਦਿੱਤੀ ਗਈ। ਠੀਕ ਹੈ ਜੀ, ਜਿੰਨਾ ਕਿ ਪਾਰਲੀਮੈਂਟ ਦੀ ਇੱਛਾ ਉਹਨਾਂ ਜ਼ਿਕਰ ਕੰਪਨੀ ਹੈ ਉਹ ਭਾਰਤੀ ਇਲਾਕਿਆਂ ਨੂੰ ਆਪਣੇ ਅਧੀਨ ਰੱਖੇਗੀ। ਚਾਰਟਰ ਐਕਟ 1853 ਦੇ ਅਨੁਸਾਰ ਨਿਰਦੇਸ਼ਕਾਂ ਦੀ ਜਿਹੜੀ ਗਿਣਤੀ 24 ਸੀਗੀ ਉਹ ਘਟਾ ਕੇ 18 ਕਰ ਦਿੱਤੀ ਗਈ ਤੇ ਬਾਦਸ਼ਾਹ ਦੁਆਰਾ 6 ਨੂੰ ਨਾਮਜ਼ਦ ਕਰਨ ਦੀ ਵਿਵਸਥਾ ਕੀਤੀ ਗਈ। ਠੀਕ ਹੈ ਜੀ, ਜਿਹੜਾ ਬੋਰਡ ਆਫ ਕੰਟਰੋਲ ਸੀਗਾ, ਬੋਰਡ ਆਫ ਡਾਇਰੈਕਟਰ ਸੀ ਸੌਰੀ, ਉਹਦੇ ਵਿੱਚ 24 ਮੈਂਬਰ ਜਿਹੜੇ ਹੁੰਦੇ ਸੀਗੇ ਉਹਨਾਂ ਦੀ ਗਿਣਤੀ 18 ਕਰ ਦਿੱਤੀ ਗਈ ਤੇ ਜਿਹੜੇ 6 ਮੈਂਬਰ ਆ ਉਹ ਬਾਦਸ਼ਾਹ ਦੁਆਰਾ ਨਾਮਜ਼ਦ ਕਰਨ ਦੀ ਵਿਵਸਥਾ ਕੀਤੀ ਗਈ। ਚਾਰਟਰ ਐਕਟ 1853 ਦੇ ਅਨੁਸਾਰ ਗਵਰਨਰ ਜਨਰਲ ਕੌਂਸਲ ਦੇ ਵਿਧਾਨਿਕ ਤੇ ਪ੍ਰਸ਼ਾਸਨਿਕ ਕਾਰਜਾਂ ਨੂੰ ਨਿਸ਼ਚਿਤ ਅਤੇ ਵੱਖ-ਵੱਖ ਕੀਤਾ ਗਿਆ। ਧਿਆਨ ਰੱਖਣਾ ਜੀ, ਇਹ ਗਵਰਨਰ ਜਨਰਲ ਤੇ ਉਹਦੀ ਜਿਹੜੀ ਕੌਂਸਲ ਸੀਗੀ ਉਹਦੇ ਜਿਹੜੇ ਲੈਜਿਸਲੇਟਿਵ ਤੇ ਐਡਮਿਨਿਸਟ੍ਰੇਟਿਵ ਜਿਹੜੇ ਕੰਮ ਸੀਗੇ ਉਹਨਾਂ ਦੋਹਾਂ ਨੂੰ ਅਲੱਗ-ਅਲੱਗ ਕਰ ਦਿੱਤਾ ਗਿਆ। ਇਸ ਐਕਟ ਦੇ ਉਪਬੰਧਾਂ ਦੇ ਅਨੁਸਾਰ ਹੁਣ ਭਾਰਤ ਦੇ ਗਵਰਨਰ ਜਨਰਲ ਨੂੰ, ਠੀਕ ਹੈ ਜੀ, ਬੰਗਾਲ ਦੇ ਸ਼ਾਸਨ ਤੋਂ ਮੁਕਤ ਕਰ ਦਿੱਤਾ ਗਿਆ ਤੇ ਬੰਗਾਲ ਦਾ ਜਿਹੜਾ ਪ੍ਰਸ਼ਾਸਨ ਕੰਮ ਕਰਨ ਦੇ ਲਈ ਇੱਕ ਗਵਰਨਰ ਦੀ ਨਿਯੁਕਤੀ ਕੀਤੀ ਗਈ। ਹਾਂਜੀ, ਧਿਆਨ ਦੇਣਾ, ਜਿਵੇਂ ਬੰਬੇ ਦੇ ਮਦਰਾਸ ਦੇ ਗਵਰਨਰ ਸੀਗੇ ਤੇ ਬੰਗਾਲ ਵਿੱਚ ਗਵਰਨਰ ਜਨਰਲ ਹੁੰਦਾ ਸੀ ਤੇ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ। ਠੀਕ ਹੈ ਜੀ, 1833 ਦੇ ਚਾਰਟਰ ਐਕਟ ਦੇ ਵਿੱਚ। ਤੇ ਇਸ ਐਕਟ ਦੇ ਵਿੱਚ ਹੁਣ ਬੰਗਾਲ ਦਾ ਜਿਹੜਾ ਪ੍ਰਸ਼ਾਸਨ ਕਰਨ ਦੇ ਲਈ ਬੰਬੇ ਮਦਰਾਸ ਦੀ ਜਗ੍ਹਾ ਇੱਕ ਗਵਰਨਰ ਦੀ ਨਿਯੁਕਤੀ ਦੀ ਵਿਵਸਥਾ ਕੀਤੀ ਗਈ। ਇਸ ਐਕਟ ਦੇ ਅਨੁਸਾਰ ਗਵਰਨਰ ਜਨਰਲ ਨੂੰ ਹੁਣ ਕੇਂਦਰੀ ਤੌਰ 'ਤੇ ਭਾਰਤ ਦਾ ਸ਼ਾਸਨ ਸੰਭਾਲਣਾ ਸੀ। ਠੀਕ ਹੈ ਜੀ, ਤੇ ਇਸ ਤਰ੍ਹਾਂ ਚਾਰਟਰ ਐਕਟ 1853 ਨੇ ਭਾਰਤ ਵਿੱਚ ਕੇਂਦਰੀ ਪ੍ਰਸ਼ਾਸਨ ਦੀ ਨੀਂਹ ਵੀ ਰੱਖੀ। ਠੀਕ ਹੈ, ਜਿਹੜਾ ਹੁਣ ਗਵਰਨਰ ਜਨਰਲ ਸੀ ਭਾਰਤ ਦਾ, ਉਹਦਾ ਮੁੱਖ ਕੰਮ ਸੀ ਪੂਰੇ ਭਾਰਤ 'ਤੇ ਆਪਣਾ ਕੰਟਰੋਲ ਕਾਇਮ ਕਰਨਾ। ਹਾਂਜੀ, ਇਸ ਐਕਟ ਦੇ ਤਹਿਤ 1853 ਦੇ ਵਿੱਚ ਭਾਰਤੀ ਸਿਵਲ ਸੇਵਾਵਾਂ ਦੇ ਲਈ ਮੈਕਾਲੇ ਕਮੇਟੀ ਬਣਾਈ ਗਈ ਤੇ ਇਸ ਕਮੇਟੀ ਦੀਆਂ ਸਿਫਾਰਸ਼ਾਂ ਇੰਪੋਰਟੈਂਟ ਹੈ ਜੀ, ਖਾਸ ਤੌਰ 'ਤੇ ਓਪਨ ਕੰਪੀਟੀਟਿਵ ਐਗਜ਼ਾਮ। ਠੀਕ ਹੈ ਜੀ, ਸਿਵਲ ਸੇਵਾਵਾਂ ਦੇ ਲਈ ਭਾਰਤੀਆਂ ਦੇ ਲਈ ਖੁੱਲ੍ਹੇ ਮੁਕਾਬਲੇ ਦੀ ਵਿਵਸਥਾ ਜਿਹੜੀ ਕੀਤੀ ਗਈ ਸੀ ਉਹ 1853 ਦੇ ਚਾਰਟਰ ਐਕਟ ਦੇ ਵਿੱਚ ਕੀਤੀ ਗਈ ਸੀ। ਬਹੁਤ ਸਾਰੇ ਐਗਜ਼ਾਮ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ, ਧਿਆਨ ਰੱਖਣਾ ਹੈ ਵੀ ਸਿਵਲ ਸੇਵਾਵਾਂ ਦੇ ਲਈ ਓਪਨ ਕੰਪੀਟੀਟਿਵ ਜਿਹੜੀ ਮੁਕਾਬਲਾ ਜਿਹੜਾ ਉਹਦੀ ਵਿਵਸਥਾ ਜਿਹੜੀ ਕਿਸ ਚਾਰਟਰ ਐਕਟ ਦੇ ਵਿੱਚ ਕੀਤੀ ਗਈ ਸੀ 1853 ਦੇ ਵਿੱਚ। ਇਸ ਵਿਵਸਥਾ ਦੇ ਅਨੁਸਾਰ ਸਿਵਲ ਸੇਵਾਵਾਂ
ਹੁਣ ਭਾਰਤੀਆਂ ਦੇ ਲਈ ਖੋਲ੍ਹ ਦਿੱਤੀਆਂ ਗਈਆਂ, ਠੀਕ ਹੈ ਜੀ। ਪਰ ਉਮਰ ਹੈ ਜਿਹੜੀ ਉਹ 18 ਤੋਂ 23 ਸਾਲ ਰੱਖੀ ਗਈ, ਜਿਹੜੀ ਕਿ ਉਸ ਸਮੇਂ ਦੀ ਵਿੱਦਿਅਕ ਪੱਧਰ ਦੇ ਅਨੁਸਾਰ ਜਾਇਜ਼ ਨਹੀਂ ਸੀ, ਠੀਕ ਹੈ ਜੀ। ਧਿਆਨ ਰੱਖਣਾ ਜਿਹੜੀ ਉਮਰ ਹੈ ਉਹ 1823 ਤੱਕ ਰੱਖੀ ਗਈ ਸੀ। ਇਸ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਵਿਦਿਆਰਥੀ ਉਹ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੇ ਸਕਦਾ ਸੀ। ਭਾਰਤ ਦੇ ਵਿੱਚ ਕੰਪਨੀ ਦੇ ਜਿਹੜੇ ਜ਼ਮੀਨੀ ਖੇਤਰ ਦੇ ਵਿਸਥਾਰ ਕਰਨ ਲਈ ਇਸ ਐਕਟ ਦੇ ਵਿੱਚ ਸਿੰਧ ਅਤੇ ਪੰਜਾਬ ਦੇ 2 ਨਵੇਂ ਸੂਬੇ ਬਣਾਏ ਗਏ, ਇਹ ਵੀ ਧਿਆਨ 'ਚ ਰੱਖਣਾ ਜੀ, ਠੀਕ ਹੈ ਜੀ। ਕੰਪਨੀ ਦਾ ਜਿਹੜਾ ਜ਼ਮੀਨੀ ਖੇਤਰ ਹੈ ਉਹਦੇ 'ਤੇ ਵਿਸਥਾਰ ਕਰਨ ਦੇ ਲਈ ਸਿੰਧ ਅਤੇ ਪੰਜਾਬ ਨਾਂ ਦੇ 2 ਸੂਬੇ ਜਿਹੜੇ ਉਹ ਬਣਾਏ ਗਏ, ਠੀਕ ਹੈ ਜੀ। ਟੋਟਲ 11 ਜਿਹੜੇ ਸੂਬੇ ਆ, ਜਿਹੜੇ ਪ੍ਰੋਵਿੰਸਸ ਹੈ, ਉਹ ਅੰਗਰੇਜ਼ੀ ਸਾਮਰਾਜ ਦੇ ਵਿੱਚ ਰਹੇ ਹੈ, ਇਹ ਵੀ ਧਿਆਨ 'ਚ ਰੱਖਣਾ ਜੀ। ਹਾਂਜੀ, ਐਕਟ ਜਿਸ ਨੇ ਅਦਾਲਤ ਦੇ ਨਿਰਦੇਸ਼ਕਾਂ ਦੀ, ਠੀਕ ਹੈ ਜੀ, ਇਹ ਆਪਾਂ ਬੋਰਡ ਆਫ ਡਾਇਰੈਕਟਰ ਕਹਾਂਗੇ ਇਹਨੂੰ, ਉਹਦੀ ਜਿਹੜੀ ਗਿਣਤੀ ਹੈ 24 ਤੋਂ ਘਟਾ ਕੇ 18 ਕਰ ਦਿੱਤੀ ਗਈ ਸੀ। ਉਹ ਸੀ 1853 ਦਾ ਚਾਰਟਰ ਐਕਟ। ਇਹ ਲਿਖਿਆ ਐਕਟਾਂ ਵਿੱਚੋਂ ਕਿਸ ਦੇ ਤਹਿਤ ਸਿਵਲ ਸੇਵਾਵਾਂ ਦੇ ਵਿੱਚ ਸਾਰਿਆਂ ਲਈ ਖੁੱਲ੍ਹੇ ਮੁਕਾਬਲੇ ਦੀ ਜਿਹੜੀ ਪ੍ਰੀਖਿਆ ਹੈ ਉਹਦਾ ਪ੍ਰਬੰਧ ਕੀਤਾ ਗਿਆ ਸੀ। ਹਾਂਜੀ, ਖੁੱਲ੍ਹੇ ਮੁਕਾਬਲੇ ਸਿਵਲ ਸੇਵਾਵਾਂ ਦੇ ਲਈ ਪ੍ਰੀਖਿਆ ਦਾ ਪ੍ਰਬੰਧ ਕੀਤਾ ਗਿਆ ਸੀ, ਉਹ 1853 ਦਾ ਸੀ। ਵੈਰੀ ਇੰਪੋਰਟੈਂਟ ਹੈ, ਧਿਆਨ ਰੱਖਣਾ ਜੀ ਇਹ। ਹਾਂਜੀ, ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।